ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਬਿਲਾਵਲ ਦੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 8 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 9 ਨੰਬਰ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 853 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਗੁਰਮੁਖ ਸੰਸਾ ਮੂਲ ਨਾ ਹੋਵਈ, ਚਿੰਤਾ ਵਿਚੋਂ ਜਾਏ, ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ। ਸੰਸਾ ਦਾ ਮਤਲਬ ਤੌਖਲਾ ਯਾਨੀ ਸੰਦੇਹ ਜਾਂ ਸ਼ੱਕ। ਮੂਲ ਦਾ ਮਤਲਬ ਮੂਲੋਂ ਬਿਲਕੁਲ ਹੀ। ਤਾਂ ਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਨ, ਜਾਂ ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਨੇ, ਉਹਨਾਂ ਨੂੰ ਕਿਸੇ ਕਿਸਮ ਦਾ ਤੌਖਲਾ ਨਹੀਂ ਰਹਿੰਦਾ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਭਰਮ ਔਰ ਭਟਕਣਾ ਨਹੀਂ ਰਹਿੰਦੀ। ਚਿੰਤਾ ਵਿੱਚੋਂ ਜਾਏ ਔਰ ਉਹਨਾਂ ਦੀ ਜ਼ਿੰਦਗੀ ਦੇ ਅੰਦਰੋਂ ਚਿੰਤਾ ਚਲੀ ਜਾਂਦੀ ਹੈ। ਚਿੰਤਾ ਤੋਂ ਮੁਕਤ ਇਨਸਾਨ ਹੁੰਦੇ ਹਨ ਉਹ, ਜੋ ਗੁਰੂ ਦੇ ਦੱਸ ਰਾਹਾਂ ਤੇ ਚੱਲਦੇ ਨੇ। ਕਿਉਂਕਿ ਚਿੰਤਾ ਉਦੋਂ ਹੁੰਦੀ ਹੈ ਜਦੋਂ ਮਨੁੱਖ ਦੇ ਅੰਦਰ ਨਕਾਰਾਤਮਕਤਾ ਹੋਵੇ, ਨੈਗੇਟਿਵਿਟੀ ਹੋਵੇ, ਔਰ ਮਨੁੱਖ ਨੂੰ ਇਹ ਸ਼ੱਕ ਹੋਵੇ ਕਿ ਜੋ ਮੈਂ ਕੰਮ ਕਰਨ ਜਾ ਰਿਹਾ ਇਹਦਾ ਰਿਜ਼ਲਟ ਕੀ ਨਿਕਲੇਗਾ, ਰਾਸਤਾ ਮੇਰਾ ਠੀਕ ਹੈ ਜਾਂ ਨਹੀਂ ਹੈ। ਐਸੇ ਤੌਖਲੇ ਔਰ ਚਿੰਤਾਵਾਂ ਉਦੋਂ ਹੀ ਹੁੰਦੀਆਂ ਨੇ ਜਦੋਂ ਮਨੁੱਖ ਨੂੰ ਅਸਲੀਅਤ ਦਾ ਗਿਆਨ ਨਹੀਂ ਹੁੰਦਾ। ਤੇ ਗੁਰੂ ਸਾਹਿਬ ਜੀ ਸਾਨੂੰ ਗਿਆਨ ਦੀ ਦਾਤ ਦਿੰਦੇ ਨੇ, ਤੇ ਜਿਸ ਮਨੁੱਖ ਨੂੰ ਗੁਰੂ ਤੋਂ ਵਿਵੇਕ ਬੁੱਧ ਮਿਲਦੀ ਹੈ, ਕਾਮਨ ਸੈਂਸ ਮਿਲਦੀ ਹੈ, ਗਿਆਨ ਜਿਸ ਦੇ ਅੰਦਰ ਗੁਰੂ ਦੇ ਗਿਆਨ ਦਾ ਦੀਵਾ ਜਗਦਾ ਹੈ ਔਰ ਉਹ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹ ਜੀਵਨ ਦੀ ਅਸਲੀਅਤ ਨੂੰ ਸਮਝ ਲੈਂਦਾ। ਉਹਨੂੰ ਸੱਚਾਈ ਦਾ ਗਿਆਨ ਹੁੰਦਾ ਹੈ ਔਰ ਉਹ ਸੱਚ ਨੂੰ ਇੰਪਲੀਮੈਂਟ ਕਰਦਾ ਹੈ। ਤੇ ਸੱਚ ਨੂੰ ਇੰਪਲੀਮੈਂਟ ਕਰਨ ਕਰਕੇ ਉਸ ਦੀ ਜ਼ਿੰਦਗੀ ਦੇ ਅੰਦਰ ਚਿੰਤਾ ਔਰ ਫਿਕਰ, ਕਾੜਾ ਅੰਦੇਸ਼ਾ, ਝੋਰਾ ਨਹੀਂ ਰਹਿੰਦਾ। ਉਹ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ। ਉਹਨੂੰ ਕਿਸੇ ਕਿਸਮ ਦਾ ਡਰ, ਸੰਸਾ, ਵਹਿਮ ਨਹੀਂ ਰਹਿ ਜਾਂਦਾ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਇੱਥੇ ਸਹਿਜੇ ਦਾ ਮਤਲਬ ਹੈ ਹੁਕਮ ਵਿੱਚ। ਇੱਥੇ ਸਹਿਜ ਦਾ ਮੀਨਿੰਗ ਹੈ ਹੁਕਮ। ਸਹਿਜੇ ਦਾ ਮਤਲਬ ਹੁਕਮ ਵਿੱਚ। ਕਿਉਂਕਿ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਹੈ, ਉਹਨੂੰ ਇਸ ਚੀਜ਼ ਦਾ ਗਿਆਨ ਹੈ, ਉਸਨੂੰ ਇਸ ਚੀਜ਼ ਦਾ ਪਤਾ ਹੈ, ਅਸਲੀਅਤ ਦਾ ਪਤਾ ਹੈ ਕਿ ਸੰਸਾਰ ਅੰਦਰ ਜੋ ਕੁਝ ਵੀ ਹੋ ਰਿਹਾ ਹੈ ਰੱਬੀ ਹੁਕਮ ਦੇ ਅੰਦਰ ਹੋ ਰਿਹਾ ਹੈ। ਰੱਬੀ ਹੁਕਮ ਤੋਂ ਬਾਹਰ ਇੱਥੇ ਕੁਝ ਨਹੀਂ ਹੈ। ਲਾ ਆਫ ਨੇਚਰ ਦੇ ਅੰਦਰ ਸਾਰੀ ਦੁਨੀਆ ਕੰਮ ਕਰ ਰਹੀ ਹੈ। ਇੱਥੇ ਇੱਕ ਸਿਸਟਮ ਹੈ, ਇੱਥੇ ਇੱਕ ਹੁਕਮ ਰਜ਼ਾ ਪਾਣਾ, ਜਿਹਨੂੰ ਸਿਸਟਮ ਅਸੀਂ ਕਹਿ ਸਕਦੇ ਹਾਂ। ਕਹਿਣਾ ਕਿਛੂ ਨਾ ਜਾਏ, ਉਹਦੇ ਵਿਰੋਧ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ। ਯਾਨੀ ਪ੍ਰਭੂ ਦੀ ਜੋ ਰਜ਼ਾ ਪਾਣਾ ਹੈ ਉਹਦੇ ਖਿਲਾਫ ਕੁਝ ਕਿਹਾ ਨਹੀਂ ਜਾ ਸਕਦਾ। ਯਾਨੀ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ। ਅਸੀਂ ਕੁਝ ਕਹਿ ਨਹੀਂ ਸਕਦੇ ਕਿ ਇੰਜ ਨਹੀਂ ਇੰਜ ਹੋ ਸਕਦਾ ਹੈ, ਕਿਉਂਕਿ ਜੋ ਸਿਸਟਮ ਹੈ ਉਹਨੂੰ ਬਦਲਿਆ ਹੀ ਨਹੀਂ ਜਾ ਸਕਦਾ। ਜੋ ਰੱਬੀ ਰਜ਼ਾ ਪਾਣਾ ਹੈ, ਸਿਸਟਮ ਹੈ, ਕੁਦਰਤ ਦੇ ਨੇਮ ਨੇ, ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ। ਹਾਂ, ਇਹਨਾਂ ਨੇਮਾਂ ਨੂੰ ਸਮਝ ਕੇ, ਰੱਬੀ ਰਜ਼ਾ ਪਾਣੇ ਨੂੰ ਸਮਝ ਕੇ, ਸਿਸਟਮ ਨੂੰ ਸਮਝ ਕੇ ਬਹੁਤ ਕੁਝ ਕੀਤਾ ਜਾ ਸਕਦਾ ਹੈ, ਬਹੁਤ ਕੁਝ ਪਾਇਆ ਜਾ ਸਕਦਾ ਹੈ, ਔਰ ਬਹੁਤ ਕੁਝ ਕੀਤਾ ਵੀ ਗਿਆ ਹੈ, ਬਹੁਤ ਕੁਝ ਪਾਇਆ ਵੀ ਗਿਆ ਹੈ, ਬਹੁਤ ਕੁਝ ਪਾਇਆ ਵੀ ਜਾਏਗਾ, ਲੇਕਿਨ ਨੇਮਾਂ ਦੇ ਅੰਦਰ, ਨੇਮਾਂ ਤੋਂ ਬਾਹਰ ਨਹੀਂ। ਤਾਂ ਗੁਰਮੁਖ ਨੂੰ ਇਸ ਚੀਜ਼ ਦਾ ਗਿਆਨ ਹੁੰਦਾ ਹੈ ਕਿ ਜਗਤ ਵਿੱਚ ਜੋ ਵੀ ਹੋ ਰਿਹਾ ਹੈ ਉਹ ਸਭ ਕੁਝ ਨਿਯਮਬੱਧ ਹੈ ਔਰ ਇਹਨਾਂ ਨੇਮਾਂ ਦੇ ਵਿਰੋਧ ਵਿੱਚ ਕੁਝ ਕੀਤਾ ਨਹੀਂ ਜਾ ਸਕਦਾ। ਇਸ ਲਈ ਉਹ ਰਜ਼ਾ ਔਰ ਭਾਣੇ ਦੇ ਅੰਦਰ ਰਹਿੰਦਾ ਹੋਇਆ ਚਿੰਤਾਵਾਂ ਤੋਂ ਮੁਕਤ ਰਹਿੰਦਾ ਹੈ, ਡਰ ਔਰ ਸੰਸ਼ੇ ਤੋਂ ਮੁਕਤ ਰਹਿੰਦਾ ਹੈ। ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲੈਨ ਪੰਨੇ ਪਾਏ। ਇਹਨੂੰ ਲਈਨ ਨਹੀਂ ਪੜਨਾ, ਲੈਨ। ਲੈਨ ਦਾ ਮਤਲਬ ਲੈ ਹਨ। ਪੰਨੇ ਦਾ ਮਤਲਬ ਪੱਲੇ ਵਿੱਚ। ਪੰਨੇ ਪਾਏ ਦਾ ਮਤਲਬ ਰੱਬ ਨੇ ਆਪਣੇ ਪੱਲੇ ਪਾ ਲਏ ਨੇ, ਭਾਵ ਆਪਣੇ
ਲੜ ਲਾ ਲੈਂਦੇ। ਤਾਂ ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪਣੇ ਲੜ ਲਾ ਲੈਂਦਾ ਹੈ, ਉਹਨਾਂ ਦੀ ਅਰਜ਼ੋਈ ਪ੍ਰਭੂ ਆਪ ਸੁਣਦਾ ਹੈ, ਉਹਨਾਂ ਦੇ ਬੋਲਾਂ ਨੂੰ ਆਪ ਸੁਣਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਪ੍ਰਭੂ ਆਪਣੇ ਲੜ ਕਿਹਨੂੰ ਲਾਏਗਾ? ਜਿਹੜਾ ਲੱਗਣਾ ਚਾਹੇਗਾ, ਕਿਉਂਕਿ ਰੱਬੀ ਨੇਮ ਨੇ ਇਸ ਕੁਦਰਤ ਦੇ ਅੰਦਰ ਇਹ ਨਿਯਮਾਵਲੀ ਕੰਮ ਕਰ ਰਹੀ ਹੈ। ਕਿਸੇ ਵਾਸਤੇ ਕੋਈ ਨੇਮ ਵੱਖਰਾ ਨਹੀਂ ਬਣਾਇਆ ਜਾਣਾ, ਕਿਸੇ ਵਾਸਤੇ ਕੁਝ ਵੱਖਰਾ ਉਚੇਚ ਨਹੀਂ ਕੀਤਾ ਜਾਣਾ। ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਕੁਛ ਕਾਇਨਾਤ ਦੇ ਅੰਦਰ ਪ੍ਰਭੂ ਨੇ ਪਾਣਾ ਹੈ ਇੱਕੋ ਵਾਰੀ ਪਾ ਦਿੱਤਾ ਹੈ, ਇੱਕੋ ਵਾਰੀ ਸਾਰੇ ਕਾਨੂੰਨ ਬਣ ਗਏ ਨੇ। ਉਹਨਾਂ ਨੇਮਾਂ ਦੇ ਅੰਦਰ ਹਰ ਇਨਸਾਨ, ਜੀਵ ਜੰਤ, ਖੰਡ ਮੰਡਲ, ਬ੍ਰਹਿਮੰਡ ਚਲੀ ਜਾ ਰਹੇ। ਹੁਣ ਰੱਬ ਆਪਣੇ ਪੱਲੇ ਕਿਹਨੂੰ ਲਾਏਗਾ? ਜਿਹੜਾ ਲੱਗਣਾ ਚਾਹੇਗਾ। ਕੋਈ ਵੀ ਨੇਮਾਂ ਦੇ ਅੰਦਰ ਚੱਲ ਸਕਦਾ ਹੈ, ਕੋਈ ਵੀ ਰੱਬੀ ਗੁਣਾਂ ਨੂੰ ਫੋਲੋ ਕਰ ਸਕਦਾ ਹੈ, ਜਿਹੜਾ ਚਾਹੇ ਉਹ ਸੱਚ ਬੋਲ ਸਕਦਾ ਹੈ। ਤੇ ਜੇ ਕੋਈ ਨਾ ਚਾਹੇ ਤਾਂ ਨਾ ਸੱਚ ਬੋਲੇ, ਉਹਦੀ ਆਪਣੀ ਮਰਜ਼ੀ ਹੈ ਨਾ। ਤਾਂ ਜੋ ਪ੍ਰਭੂ ਦੇ ਪੱਲੇ ਪੈ ਜਾਂਦੇ ਨੇ, ਪ੍ਰਭੂ ਦੇ ਲੜ ਲੱਗ ਜਾਂਦੇ ਨੇ, ਪ੍ਰਭੂ ਦੀ ਰਜ਼ਾ ਵਿੱਚ ਤੁਰਦੇ ਨੇ, ਉਹਨਾਂ ਦਾ ਕਹਿਆ ਪ੍ਰਭੂ ਆਪ ਸੁਣਦਾ ਹੈ। ਹੁਣ ਪ੍ਰਭੂ ਕੀ ਚੀਜ਼ ਸੁਣੇਗਾ? ਸੱਚ ਸੁਣੇਗਾ ਨਾ। ਤਾਂ ਕਹਿਣ ਤੋਂ ਭਾਵ ਇਹ ਹੈ ਕਿ ਉਹ ਜੋ ਕੁਝ ਬੋਲਦੇ ਨੇ, ਉਹ ਬੋਲਦੇ ਹਨ ਜੋ ਪ੍ਰਵਾਨ ਬੋਲਦੇ। ਜਿਹੜੇ ਬੋਲ ਪ੍ਰਵਾਨ ਨੇ, ਉਹ ਪ੍ਰਮਾਣਿਕ ਬੋਲਦੇ ਨੇ। ਉਹ ਰਜ਼ਾ ਭਾਣੇ ਤੋਂ ਬਾਹਰ ਕੁਝ ਵੀ ਬੋਲਦੇ ਨਹੀਂ ਹਨ। ਮਹਿਲਾ ਤੀਜਾ, ਕਾਲ ਮਾਰ ਮਨਸਾ ਮਨਹਿ ਸਮਾਣੀ, ਅੰਤਰ ਨਿਰਮਲ ਨਾਉ। ਕਾਲ ਦਾ ਮਤਲਬ ਮੌਤ ਦਾ ਡਰ, ਯਾਨੀ ਆਤਮਿਕ ਮੌਤ। ਮਾਰ ਦਾ ਮਤਲਬ ਮਾਰ ਕੇ। ਮਨਸਾ ਦਾ ਮਤਲਬ ਮਾਇਕ ਫੁਰਨਾ, ਜੋ ਸਾਡੇ ਮਨ ਦੇ ਅੰਦਰ ਫੁਰਨੇ ਫੁਰਦੇ ਨੇ। ਮਨਹਿ ਦਾ ਮਤਲਬ ਮਨ ਵਿੱਚ। ਸਮਾਣੀ ਦਾ ਮਤਲਬ ਲੀਨ ਕਰ ਲੈਂਦਾ ਹੈ। ਤਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਹੈ ਨਾ, ਕਾਲ ਮਾਰ ਮਨਸਾ ਮਨਹਿ ਸਮਾਣੀ, ਅੰਤਰ ਨਿਰਮਲ ਨਾਉ। ਨਿਰਮਲ ਨਾਉ ਦਾ ਮਤਲਬ ਜਿਸ ਦੇ ਅੰਦਰ ਪ੍ਰਭੂ ਦਾ ਮੈਲ ਤੋਂ ਰਹਿਤ ਹੁਕਮ ਹੈ, ਮੈਲ ਤੋਂ ਰਹਿਤ ਜਿਸ ਦੇ ਅੰਦਰ ਰੱਬੀ ਗੁਣ ਨੇ। ਤਾਂ ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਹੈ, ਉਹ ਆਤਮਿਕ ਮੌਤ ਨੂੰ ਮੁਕਾ ਕੇ ਮਨ ਦੇ ਮਾਇਕ ਫੁਰਨੇ ਨੂੰ ਮਨ ਵਿੱਚ ਹੀ ਦੱਬ ਲੈਂਦਾ ਹੈ। ਯਾਨੀ ਉਹਦੇ ਜਿਹੜੇ ਮਾਇਕ ਫੁਰਨੇ ਨੇ ਉਹ ਖਤਮ ਹੋ ਜਾਂਦੇ ਹਨ, ਔਰ ਉਹਦੇ ਅੰਦਰੋਂ ਮਾਇਕ ਫੁਰਨੇ ਬਿਲਕੁਲ ਖਤਮ ਹੋ ਜਾਂਦੇ ਨੇ। ਮਨਸਾ ਨੂੰ ਖਤਮ ਕਰ ਦਿੰਦਾ ਹੈ, ਔਰ ਮਨਸਾ ਜਿਹੜੀ ਹੈ ਉਹਦੇ ਅੰਦਰ ਹੀ ਸਮਾ ਜਾਂਦੀ ਹੈ। ਭਾਵ ਕਿ ਮਾਇਕ ਫੁਰਨੇ ਉਹਦੇ ਅੰਦਰ ਹੀ ਦੱਬੇ ਜਾਂਦੇ ਨੇ, ਉਸ ਦੇ ਅੰਦਰ ਮਾਇਕ ਫੁਰਨੇ ਨਹੀਂ ਰਹਿ ਜਾਂਦੇ। ਕਿਦੇ? ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਸ ਤੇ ਮਾਇਕ ਫੁਰਨੇ ਅੰਦਰ ਹੀ ਖਤਮ ਹੋ ਜਾਂਦੇ ਨੇ, ਔਰ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਅਨਦਿਨ ਜਾਗੈ ਕਦੇ ਨਾ ਸੋਵੈ, ਸਹਿਜੇ ਅੰਮ੍ਰਿਤ ਪਿਆਓ। ਅਨਦਿਨ ਦਾ ਮਤਲਬ ਹਰ ਰੋਜ਼। ਸਹਿਜੇ ਦਾ ਮਤਲਬ ਇੱਥੇ ਹੈ ਆਤਮਿਕ ਅਡੋਲਤਾ ਵਿੱਚ ਟਿਕਣਾ, ਮਨ, ਬਚਨ ਔਰ ਕਰਮ ਦੀ ਇਕਸਾਰਤਾ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ, ਆਤਮਿਕ ਜੀਵਨ ਦੇਣ ਵਾਲੇ ਗੁਣ। ਦੋ ਚੀਜ਼ਾਂ ਨੇ, ਇੱਕ ਜ਼ਹਿਰ ਔਰ ਇੱਕ ਅੰਮ੍ਰਿਤ। ਜ਼ਹਿਰ ਦਾ ਮਤਲਬ ਉਹ ਚੀਜ਼ ਜੋ ਸਾਨੂੰ ਆਤਮਿਕ ਮੌਤੇ ਮਾਰੇ, ਤੇ ਅੰਮ੍ਰਿਤ ਦਾ ਮਤਲਬ ਉਹ ਗੁਣ ਜੋ ਬੰਦੇ ਦੇ ਅੰਦਰ ਆਤਮਿਕ ਜੀਵਨ ਪ੍ਰਗਟ ਕਰਨ। ਇੱਥੇ ਪਿਆਓ ਦਾ ਮਤਲਬ ਹੈ ਖੁਰਾਕ। ਤਾਂ ਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਮਾਇਆ ਦੇ ਹੱਲਿਆਂ ਵੱਲੋਂ ਹਰ ਵਕਤ ਸੁਚੇਤ ਰਹਿੰਦਾ ਹੈ। ਅਨਦਿਨ ਜਾਗੈ, ਜਾਗੈ ਦਾ ਮਤਲਬ ਸੁਚੇਤ ਰਹਿੰਦਾ ਹੈ। ਕਦੇ ਨਾ ਸੋਵੇ, ਉਹ ਕਦੇ ਗਫਲਤ ਦੀ ਨੀਂਦ ਵਿੱਚ ਨਹੀਂ ਸੌਂਦਾ, ਕਦੇ ਵੀ ਅਚੇਤ ਨਹੀਂ ਹੁੰਦਾ। ਸੁਚੇਤ ਦਾ ਮਤਲਬ ਕਿ ਹਰ ਵਕਤ ਉਹ ਬੰਦਾ ਇਸ ਚੀਜ਼ ਸੋਚ ਵਿਚਾਰ ਕੇ ਕੰਮ ਕਰਦਾ ਹੈ ਕਿ ਮੇਰੇ ਤੋਂ ਕੋਈ ਝੂਠ ਨਾ ਬੋਲਿਆ ਜਾਏ, ਮੈਂ ਕਿਸੇ ਨਾਲ ਈਰਖਾ ਨਾ ਕਰ ਬੈਠਾਂ, ਮੈਂ ਕਿਸੇ ਦਾ ਹੱਕ ਨਾ ਖਾ ਲਵਾਂ, ਮੇਰੇ ਤੋਂ ਕੋਈ ਮਾੜਾ ਕਰਮ ਨਾ ਹੋਵੇ। ਉਹ ਹਮੇਸ਼ਾ ਇਹਨਾਂ ਚੀਜ਼ਾਂ ਤੋਂ ਸੁਚੇਤ ਹੈ, ਉਹ ਸੁਚੇਤ ਹੋ ਕੇ ਜ਼ਿੰਦਗੀ ਜੀਂਦਾ ਹੈ। ਕਦੇ ਵੀ ਉਹ ਗਫਲਤ ਦੀ ਨੀਂਦ ਵਿੱਚ ਨਹੀਂ ਸੌਂਦਾ ਕਿ ਜਦੋਂ ਜੀ ਕੀਤਾ ਕੁਛ ਚੰਗਾ ਕਰ ਲਿਆ, ਜੀ ਕੀਤਾ ਮਾੜਾ ਕਰ ਲਿਆ। ਐਸਾ ਨਹੀਂ ਹੈ। ਰੱਬ ਦਾ ਪਿਆਰਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਹਮੇਸ਼ਾ ਹੀ ਸੁਚੇਤ ਰਹਿੰਦਾ ਹੈ। ਉਹ ਕਦੇ ਵੀ ਆਪਣੇ ਜੀਵਨ ਦੇ ਅੰਦਰ ਨੈਗੇਟਿਵਿਟੀ ਜਾਂ ਵਿਕਾਰ ਆਦਿਕ ਨਹੀਂ ਆਉਣ ਦਿੰਦਾ, ਕਦੇ ਗਫਲਤ ਦੀ ਨੀਂਦ ਵਿੱਚ ਨਹੀਂ ਸੌਂਦਾ।
ਸਹਿਜੇ ਅੰਮ੍ਰਿਤ ਪਿਆਓ, ਉਹ ਆਤਮਕ ਅਡੋਲਤਾ ਅੰਦਰ ਟਿਕਿਆ ਰਹਿੰਦਾ ਹੈ ਔਰ ਆਤਮਕ ਜੀਵਨ ਦੇਣ ਵਾਲੇ ਜੋ ਪ੍ਰਭੂ ਦੇ ਗੁਣ ਨੇ ਉਹਨਾਂ ਨੂੰ ਆਪਣੀ ਖੁਰਾਕ ਬਣਾਉਂਦਾ ਹੈ, ਉਹਨਾਂ ਨੂੰ ਆਤਮਕ ਖੁਰਾਕ ਬਣਾਉਂਦਾ ਹੈ। ਦੇਖੋ ਜ਼ਿੰਦਗੀ ਦੇ ਅੰਦਰ ਕਈਆਂ ਨੇ ਝੂਠ ਨੂੰ ਆਪਣੀ ਖੁਰਾਕ ਬਣਾਇਆ ਹੋਇਆ ਹੈ, ਝੂਠ ਬੋਲ ਕੇ ਬੜੇ ਖੁਸ਼ ਹੁੰਦੇ ਨੇ। ਕਈਆਂ ਨੇ ਜੈਲਸੀ ਨੂੰ, ਕਿਸੇ ਨੇ ਅਹੰਕਾਰ ਨੂੰ, ਕਿਸੇ ਨੇ ਲੋਭ ਮੋਹ ਨੂੰ ਆਪਣੇ ਜੀਵਨ ਦੀ ਖੁਰਾਕ ਬਣਾਇਆ ਨਾ, ਮਾਨਸਿਕ ਖੁਰਾਕ। ਜੋ ਰੱਬ ਦਾ ਪਿਆਰਾ ਹੈ ਉਹ ਰੱਬੀ ਗੁਣਾਂ ਨੂੰ ਆਪਣੀ ਮਾਨਸਿਕ ਖੁਰਾਕ ਬਣਾਉਂਦਾ ਹੈ, ਆਤਮਕ ਖੁਰਾਕ ਬਣਾਉਂਦਾ ਹੈ। ਉਹਦਾ ਭੋਜਨ ਸਿਰਫ ਔਰ ਸਿਰਫ ਰੱਬੀ ਗੁਣ ਹੁੰਦੇ ਨੇ ਔਰ ਆਤਮਕ ਅਡੋਲਤਾ ਦੇ ਅੰਦਰ ਉਹ ਟਿਕਿਆ ਰਹਿੰਦਾ ਹੈ, ਹਮੇਸ਼ਾ ਸੁਚੇਤ ਰਹਿੰਦਾ ਹੈ। ਤੇ ਉਹਦੀ ਨਿਸ਼ਾਨੀ ਹੋਰ ਕੀ ਹੈ? ਮੀਠਾ ਬੋਲੇ, ਅੰਮ੍ਰਿਤ ਬਾਣੀ, ਅਨਦਿਨ ਹਰ ਗੁਣ ਗਾਓ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਹਮੇਸ਼ਾ ਮਿੱਠਾ ਬੋਲਦਾ ਹੈ। ਜਿਹੜਾ ਰੱਬ ਦਾ ਪਿਆਰਾ ਹੋਏਗਾ ਨਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੋਏਗਾ, ਉਹਦੀ ਨਿਸ਼ਾਨੀ ਇਹ ਹੋਏਗੀ ਕਿ ਉਹ ਹਮੇਸ਼ਾ ਮਿੱਠਾ ਬੋਲੇਗਾ, ਉਹਦੇ ਬੋਲਾਂ ਦੇ ਅੰਦਰ ਮਿਠਾਸ ਹੋਏਗੀ, ਕੁੜੱਤਣ ਨਹੀਂ ਹੋਏਗੀ। ਕਈਆਂ ਲੋਕਾਂ ਦੇ ਬੋਲਾਂ ਵਿੱਚ ਨਾ ਬੜੀ ਕੁੜੱਤਣ ਹੁੰਦੀ ਹੈ, ਉਹਨਾਂ ਦੇ ਬੋਲ ਈਰਖਾ ਭਰੇ ਹੁੰਦੇ ਨੇ, ਉਹ ਕਿਸੇ ਨੂੰ ਹਮੇਸ਼ਾ ਚੋਟ ਪਹੁੰਚਾਉਣ ਵਾਲੇ ਬੋਲ ਬੋਲਦੇ ਨੇ। ਰੱਬ ਦਾ ਪਿਆਰਾ ਐਵੇਂ ਨਹੀਂ ਬੋਲਦਾ, ਰੱਬ ਦੇ ਪਿਆਰੇ ਦੇ ਬੋਲ ਮਿੱਠੇ ਨੇ। ਅੰਮ੍ਰਿਤ ਬਾਣੀ ਜਿਹੜੀ ਉਹਦੀ ਬੋਲ ਬਾਣੀ ਹੈ, ਇੱਥੇ ਉਹਦੀ ਬੋਲ ਬਾਣੀ ਦੀ ਗੱਲ ਹੋ ਰਹੀ ਹੈ। ਜੋ ਰੱਬ ਦਾ ਪਿਆਰਾ ਹੈ ਉਹਦੀ ਜੋ ਬੋਲ ਬਾਣੀ ਹੈ ਉਹ ਵੀ ਆਤਮਿਕ ਜੀਵਨ ਦੇਣ ਵਾਲੀ ਹੁੰਦੀ ਹੈ। ਉਹਦੇ ਬੋਲ ਮਿੱਠੇ ਵੀ ਹੁੰਦੇ ਨੇ ਔਰ ਪੋਜ਼ਿਟਿਵ ਵੀ ਹੁੰਦੇ ਨੇ, ਸਕਾਰਾਤਮਕ ਵੀ ਹੁੰਦੇ ਨੇ। ਉਹ ਹਮੇਸ਼ਾ ਕਿਸੇ ਨੂੰ ਹੌਸਲਾ ਦੇਵੇਗਾ। ਔਰ ਦੇਖੋ ਜੋ ਰੱਬ ਦਾ ਪਿਆਰਾ ਹੈ ਉਹਦੇ ਮਿੱਠੇ ਔਰ ਹੌਸਲਾ ਦੇਣ ਵਾਲੇ ਬੋਲ ਕਿਸੇ ਦੇ ਗੁਆਚੇ ਹੋਏ ਹਾਸਿਆਂ ਨੂੰ ਵਾਪਸ ਲਿਆਉਣ ਦੇ ਸਮਰੱਥ ਹੁੰਦੇ ਨੇ, ਕਿਸੇ ਨੂੰ ਡਿਪਰੈਸ਼ਨ ਚੋਂ ਕੱਢਣ ਦੇ ਸਮਰੱਥ ਹੁੰਦੇ ਨੇ, ਕਿਸੇ ਨੂੰ ਨੈਗੇਟਿਵਿਟੀ ਵਿੱਚੋਂ ਪੋਜ਼ਿਟਿਵਿਟੀ ਵਿੱਚ ਲਿਆਉਣ ਵਾਸਤੇ ਉਹ ਬੋਲ ਕਾਰਗਰ ਹੁੰਦੇ ਨੇ। ਆਤਮਿਕ ਜੀਵਨ ਦੇਣ ਵਾਲੇ ਉਹ ਬੋਲ ਬੋਲਦਾ ਹੈ, ਜਿਸ ਦੇ ਨਾਲ ਇਨਸਾਨੀਅਤ ਪੈਦਾ ਹੁੰਦੀ ਹੈ, ਜਿਸ ਦੇ ਨਾਲ ਕਿਸੇ ਦੇ ਅੰਦਰ ਵਿਲ ਪਾਵਰ ਪੈਦਾ ਹੁੰਦੀ ਹੈ, ਜਿਸ ਦੇ ਨਾਲ ਕਿਸੇ ਨੂੰ ਹੌਸਲਾ ਮਿਲਦਾ ਹੈ। ਆਤਮਿਕ ਮੌਤ ਲਿਆਉਣ ਵਾਲੇ ਬੋਲ ਨਹੀਂ ਬੋਲਦਾ। ਉਹਦੀ ਬਾਣੀ, ਉਹਦੇ ਬੋਲ ਮਿੱਠੇ ਨੇ ਔਰ ਉਹਦੀ ਬੋਲ ਬਾਣੀ ਆਤਮਿਕ ਜੀਵਨ ਦੇਣ ਵਾਲੀ ਹੈ। ਅਨਦਿਨ ਹਰ ਗੁਣ ਗਾਓ, ਅਨਦਿਨ ਦਾ ਮਤਲਬ ਹਰ ਵੇਲੇ, ਹਰ ਰੋਜ਼। ਹਰ ਗੁਣ ਗਾਓ ਦਾ ਮਤਲਬ ਉਹ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦਾ ਹੈ। ਰੱਬ ਦਾ ਪਿਆਰਾ ਮਿੱਠੇ ਬੋਲ ਬੋਲਦਾ ਹੈ, ਆਤਮਿਕ ਜੀਵਨ ਦੇਣ ਵਾਲੀ ਉਸ ਦੀ ਬੋਲ ਬਾਣੀ ਹੁੰਦੀ ਹੈ ਔਰ ਹਰ ਰੋਜ਼ ਹਰ ਪਲ ਉਹ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਸਿਫਤ ਸਲਾਹ ਦਾ ਧਾਰਨੀ ਹੈ। ਤੇ ਐਸੇ ਜੋ ਮਨੁੱਖ ਨੇ ਉਹਨਾਂ ਨੂੰ ਮਿਲਦਾ ਕੀ ਹੈ? ਨਿਜ ਘਰ ਵਾਸਾ ਸਦਾ ਸੁਹੰਦੇ। ਇਹਨੂੰ ਸੁਹਦੇ ਨਹੀਂ ਪੜਨਾ, ਸੁਹੰਦੇ। ਸੁਹੰਦੇ ਦਾ ਮਤਲਬ ਸ਼ੋਭਦੇ ਨੇ। ਨਿਜ ਘਰ ਦਾ ਮਤਲਬ ਆਪਣੇ ਘਰ ਵਿੱਚ, ਮਤਲਬ ਪ੍ਰਭੂ ਦੀ ਯਾਦ ਵਿੱਚ। ਆਪਣਾ ਘਰ ਕਿਹੜਾ ਹੈ? ਪ੍ਰਭੂ ਦੀ ਯਾਦ, ਰੱਬੀ ਗੁਣ। ਸੁਹੰਦੇ ਦਾ ਮਤਲਬ ਸ਼ੋਭਦੇ ਨੇ, ਯਾਨੀ ਸੋਹਣੇ ਜੀਵਨ ਵਾਲੇ ਹੁੰਦੇ ਨੇ। ਤੇ ਸੁਖ ਪਾਉਂ ਦਾ ਮਤਲਬ ਮੈਂ ਪਾਉਂਦਾ ਹਾਂ। ਇੱਥੇ ਪਾਓ ਨਹੀਂ ਪੜਨਾ, ਪਾਉਂ, ਮੈਂ ਪਾਉਂਦਾ ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਜੋ ਮਨੁੱਖ ਨੇ ਸਦਾ ਪ੍ਰਭੂ ਦੇ ਚਰਨਾਂ ਵਿੱਚ ਟਿਕੇ ਰਹਿੰਦੇ ਨੇ, ਰੱਬੀ ਗੁਣਾਂ ਦੀ ਯਾਦ ਵਿੱਚ ਟਿਕੇ ਰਹਿੰਦੇ ਨੇ, ਸਦਾ ਸੋਹੰਦੇ ਔਰ ਸਦਾ ਹੀ ਸ਼ੋਭਨੀਕ ਨੇ, ਸਦਾ ਹੀ ਸੋਹਣੇ ਜੀਵਨ ਵਾਲੇ ਨੇ। ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ, ਉਹਨਾਂ ਦੀ ਬੋਲ ਬਾਣੀ ਸੋਹਣੀ, ਉਹਨਾਂ ਦਾ ਬਿਹੇਵੀਅਰ ਸੋਹਣਾ, ਉਹਨਾਂ ਦੀ ਸੋਚ ਸੋਹਣੀ। ਉਹ ਸ਼ੋਭਨੀਕ ਨੇ, ਸੋਹਣੇ ਜੀਵਨ ਵਾਲੇ ਬਣਦੇ ਨੇ। ਨਾਨਕ ਤਿਨ ਮਿਲਿਆ ਸੁਖ ਪਾਉ। ਗੁਰੂ ਜੀ ਕਹਿੰਦੇ ਨੇ ਐਸੇ ਮਨੁੱਖਾਂ ਨੂੰ ਮਿਲ ਕੇ ਮੈਂ ਵੀ ਸੁਖ ਪਾਉਂਦਾ ਹਾਂ, ਐਸੇ ਮਨੁੱਖਾਂ ਨੂੰ ਮਿਲ ਕੇ ਸੁਖ ਮਿਲਦਾ ਹੈ। ਹੁਣ ਦੇਖੋ ਜਿਹੜੇ ਐਸੇ ਇਨਸਾਨ ਹੋਣਗੇ ਜਿਨ੍ਹਾਂ ਦੀ ਸੋਚ ਵਿੱਚ ਗੁਣ ਨੇ, ਜਿਨ੍ਹਾਂ ਦੇ ਬੋਲਾਂ ਵਿੱਚ ਗੁਣ ਨੇ, ਜਿਨ੍ਹਾਂ ਦੇ ਬਿਹੇਵੀਅਰ ਵਿੱਚ ਗੁਣ ਨੇ, ਜੋ ਆਤਮਿਕ ਜ਼ਿੰਦਗੀ ਜੀ ਰਹੇ ਨੇ, ਆਤਮਿਕ ਜੀਵਨ ਦੇਣ ਵਾਲੇ ਬੋਲ ਬੋਲ ਰਹੇ ਨੇ, ਕਿਸੇ ਨੂੰ ਆਤਮਿਕ ਜੀਵਨ ਦੇਣ ਦਾ ਯਤਨ ਕਰ ਰਹੇ ਨੇ, ਐਸੇ ਇਨਸਾਨਾਂ ਨੂੰ ਮਿਲ ਕੇ ਸ਼ਾਂਤੀ ਮਿਲਦੀ ਹੈ, ਐਸੇ ਇਨਸਾਨਾਂ ਨੂੰ ਮਿਲ ਕੇ ਸੁਖ ਮਿਲਦਾ ਹੈ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਸਾਡੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ ਬਣੇ, ਤਾਂ ਸਾਨੂੰ ਵੀ ਐਸੇ ਇਨਸਾਨਾਂ ਦੀ, ਚੰਗਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਜੋ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਹੇ ਨੇ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜੇ ਸਾਨੂੰ ਕੋਈ ਐਸਾ ਇਨਸਾਨ ਨਹੀਂ ਲੱਭਿਆ, ਸਾਡੀ ਖੋਜ ਪੂਰੀ ਨਹੀਂ ਹੋਈ, ਤਾਂ ਸਾਨੂੰ ਖੁਦ ਐਸੇ ਇਨਸਾਨ ਬਣਨਾ ਚਾਹੀਦਾ ਹੈ ਜਿਸ ਕਰਕੇ ਕਿਸੇ ਹੋਰ ਦੀ ਖੋਜ ਪੂਰੀ ਹੋ ਜਾਏ, ਕਿਸੇ ਹੋਰ ਨੂੰ ਐਸਾ ਇਨਸਾਨ ਮਿਲ ਜਾਏ।
ਤਾਂ ਸਾਨੂੰ ਐਸੇ ਇਨਸਾਨ ਬਣਨ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ ਕਿ ਆਪਣੀ ਜ਼ਿੰਦਗੀ ਐਸੀ ਬਣਾਓ ਜਿਸ ਦੇ ਵਿੱਚ ਸ਼ੁਭ ਗੁਣ ਹੋਣ, ਸੋਚ ਵਿੱਚ ਵੀ, ਬੋਲਾਂ ਵਿੱਚ ਵੀ, ਬਿਹੇਵੀਅਰ ਵਿੱਚ ਵੀ। ਤੁਸੀਂ ਸ਼ੁਭ ਬੋਲ ਬੋਲੋ, ਮਿੱਠੇ ਬੋਲ ਬੋਲੋ, ਤੁਹਾਡੇ ਪਿਆਰੇ ਬੋਲਾਂ ਦੇ ਨਾਲ ਕਿਸੇ ਨੂੰ ਆਤਮਿਕ ਜੀਵਨ ਮਿਲੇ, ਕਿਸੇ ਨੂੰ ਹੌਸਲਾ ਮਿਲੇ, ਕਿਸੇ ਦੇ ਅੰਦਰ ਵਿਲ ਪਾਵਰ ਹੋਵੇ ਪੈਦਾ, ਕਿਸੇ ਦੇ ਅੰਦਰ ਸਕਾਰਾਤਮਕਤਾ ਆਵੇ, ਕਿਸੇ ਦੇ ਅੰਦਰ ਰੱਬੀ ਗੁਣਾਂ ਵਾਸਤੇ ਖਿੱਚ ਪੈਦਾ ਹੋਏ, ਜਿਸ ਕਰਕੇ ਕਿਸੇ ਨੂੰ ਸੁਖ ਔਰ ਸ਼ਾਂਤੀ ਮਿਲ ਸਕੇ, ਆਪ ਵੀ ਸੁਖੀ ਔਰ ਸ਼ਾਂਤ ਰਹੋ। ਇਸ ਲਈ ਐਸੇ ਇਨਸਾਨ ਬਣਨਾ ਹੈ, ਅਸਾਂ ਗੁਰਬਾਣੀ ਦੇ ਉੱਤੇ ਅਮਲ ਕਰਨਾ ਹੈ, ਔਰ ਐਸਾ ਇਨਸਾਨ ਬਣਿਆ ਜਾ ਸਕਦਾ ਹੈ ਕਿਉਂਕਿ ਇਹ ਪੋਸਿਬਿਲਿਟੀ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਜੋ ਅਸੀਂ ਸ਼ਨੀਚਰਵਾਰ ਵਾਲੇ ਦਿਨ ਪਾਵਨ ਬਾਣੀ ਵਿਚਾਰੀ ਸੀ ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ, ਕਿ ਤੁਸੀਂ ਆਪਣੇ ਗਿਆਨ ਇੰਦਰੀਆਂ ਨੂੰ ਚੰਗੀ ਤਰ੍ਹਾਂ ਕੰਟਰੋਲ ਵਿੱਚ ਕਰੋ। ਤੇ ਨਾਲ ਅੱਗੇ ਕਿਹਾ ਸੀ ਕਿ ਤੁਸੀਂ ਕਰ ਸਕਦੇ ਹੋ। ਇਹ ਕੰਮ ਥੋੜਾ ਔਖਾ ਜ਼ਰੂਰ ਹੈ, ਲੇਕਿਨ ਇਹਨੂੰ ਅਸੰਭਵ ਕਹਿ ਕੇ ਭੱਜੋ ਨਾ, ਤੁਸੀਂ ਕਰ ਸਕਦੇ ਹੋ, ਇਹ ਕੰਮ ਹੋ ਸਕਦਾ ਹੈ। ਥੋੜਾ ਜਿਹਾ ਯਤਨ ਕਰੋਗੇ ਤਾਂ ਐਸੀ ਜ਼ਿੰਦਗੀ ਜੀ ਸਕਾਂਗੇ। ਪੌੜੀ, ਹਰ ਤਨ ਰਤਨ ਜਵੇ ਹਰੀ, ਸੋ ਗੁਰ ਹਰ ਤਨ ਹਰ ਪਾਸੋਂ ਦੇਵ ਆਇਆ। ਇਸ ਪੰਕਤੀ ਦੇ ਵਿਸ਼ਰਾਮ ਇਸ ਤਰ੍ਹਾਂ ਹੋਣਗੇ, ਹਰ ਤਨ ਰਤਨ ਜਵੇ ਹਰੀ, ਸੋ ਗੁਰ ਹਰ ਧਨ ਹਰ ਪਾਸੋਂ ਦੇਵ ਆਇਆ। ਪਾਸੋਂ ਨਹੀਂ ਪੜਨਾ, ਪਾਸੋਂ ਬਿੰਦੀ ਲਵਾ ਕੇ। ਜ਼ਵੇਹਰੀ ਦਾ ਮਤਲਬ ਜਵਾਹਰਾਤ, ਹੀਰੇ ਆਦਿਕ। ਗੁਰ ਦਾ ਮਤਲਬ ਗੁਰੂ ਨੇ, ਪਾਸੋਂ ਦਾ ਮਤਲਬ ਕੋਲੋਂ ਤੋਂ। ਤਾਂ ਹੈ ਭਾਈ, ਪ੍ਰਭੂ ਦਾ ਜੋ ਨਾਮ ਧਨ ਹੈ, ਜੋ ਰੱਬੀ ਗੁਣ ਨੇ, ਇਹ ਮਾਨੋ ਹੀਰੇ ਨੇ, ਇਹ ਰਤਨ ਨੇ। ਰੱਬੀ ਗੁਣ ਬੜੇ ਕੀਮਤੀ ਨੇ, ਇਹ ਰੱਬੀ ਗੁਣਾਂ ਦਾ ਧਨ ਬੜਾ ਕੀਮਤੀ ਹੈ। ਸਤ ਸੰਤੋਖ, ਦਇਆ ਧਰਮ ਧੀਰਜ, ਗਿਆਨ ਵਿਰਾਗ ਨਿਮਾਨਤਾ, ਨਿਰਭੈਤਾ ਨਿਰਵੈਰਤਾ, ਪਿਆਰ ਮੁਹੱਬਤ, ਇਨਸਾਨੀਅਤ, ਇਹ ਬਹੁਤ ਕੀਮਤੀ ਗੁਣ ਨੇ। ਸੋ ਗੁਰ ਹਰ ਤਨ ਹਰ ਪਾਸੋਂ ਦੇਵਾਇਆ। ਗੁਰੂ ਜੀ ਕਹਿੰਦੇ ਨੇ, ਗੁਰੂ ਨੇ ਇਹ ਜੋ ਕੀਮਤੀ ਧਨ ਹੈ ਰੱਬ ਪਾਸੋਂ ਦਿਵਾਇਆ ਹੈ। ਜਿਹਨੂੰ ਵੀ ਦਵਾਇਆ ਹੈ ਗੁਰੂ ਨੇ ਦਵਾਇਆ ਹੈ। ਰੱਬ ਪਾਸੋਂ ਜਿਹਨੂੰ ਇਹ ਧਨ ਦਵਾਇਆ ਹੈ ਗੁਰੂ ਨੇ ਦਵਾਇਆ ਹੈ। ਮਤਲਬ ਭਾਵ ਇਸ ਪੰਕਤੀ ਦਾ ਕਿ ਇਹ ਬਹੁਤ ਕੀਮਤੀ ਜੋ ਗੁਣ ਨੇ, ਹੀਰਿਆਂ ਜਵਾਹਰਾਤਾਂ ਵਰਗੇ ਰੱਬੀ ਗੁਣ, ਇਹ ਗੁਰੂ ਦੇ ਜ਼ਰੀਏ ਮਿਲ ਸਕਦੇ ਨੇ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਮਿਲ ਸਕਦੇ ਨੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਕੇ ਮਿਲ ਸਕਦੇ ਨੇ, ਗੁਰੂ ਗਿਆਨ ਦੀ ਅਗਵਾਈ ਵਿੱਚ ਜ਼ਿੰਦਗੀ ਜੀਵਿਆਂ ਇਹ ਗੁਣ ਮਿਲ ਸਕਦੇ ਨੇ। ਜਿਹੜਾ ਵੀ ਇਨਸਾਨ ਚਾਹਤ ਰੱਖਦਾ ਹੈ ਕਿ ਮੇਰੀ ਜ਼ਿੰਦਗੀ ਦੇ ਅੰਦਰ, ਮੇਰੀ ਸੋਚ ਅੰਦਰ, ਮੇਰੇ ਬਿਹੇਵੀਅਰ ਅੰਦਰ ਇਹ ਗੁਣ ਆ ਜਾਣ, ਤਾਂ ਉਹਦੇ ਵਾਸਤੇ ਇੱਕੋ ਹੀ ਰਾਸਤਾ ਹੈ, ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਏ, ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ, ਤਾਂ ਉਹ ਵੀ ਇਹਨਾਂ ਗੁਣਾਂ ਦਾ ਧਾਰਨੀ ਹੋ ਜਾਏਗਾ। ਗੁਰੂ ਦੇ ਜ਼ਰੀਏ ਐਸੀ ਜ਼ਿੰਦਗੀ, ਐਸਾ ਜੀਵਨ, ਐਸੇ ਜੀਵਨ ਦਾ ਰਾਸਤਾ ਮਿਲਦਾ ਹੈ। ਯਤਨ ਸਾਨੂੰ ਆਪ ਕਰਨਾ ਪਵੇਗਾ। ਗੁਰੂ ਨੇ ਸਾਨੂੰ ਗੁਣਾਂ ਦੀ ਦਾਤ ਦੇਣੀ ਹੈ, ਪਰ ਵਰਤਨੇ ਤੇ ਅਸਾਂ ਆਪ ਨੇ ਨਾ। ਗੁਰੂ ਨੇ ਸਾਨੂੰ ਦੱਸਣਾ ਹੈ ਕਿ ਪਿਆਰਿਓ, ਤੁਹਾਡੇ ਸਾਰਿਆਂ ਦੇ ਅੰਦਰ ਰੱਬੀ ਗੁਣ ਮੌਜੂਦ ਨੇ, ਇਹਨਾਂ ਦੀ ਵਰਤੋਂ ਕਰੋ। ਗੁਰੂ ਨੇ ਸਾਨੂੰ ਕਹਿਣਾ ਹੈ ਨਾ, ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ, ਕਿ ਪਿਆਰਿਓ ਅਵਗੁਣਾਂ ਨੂੰ ਛੱਡ ਦਿਓ, ਜ਼ਿੰਦਗੀ ਦੀ ਦੌੜ ਭੱਜ ਗੁਣਾਂ ਵਾਸਤੇ ਕਰੋ, ਕਿਉਂਕਿ ਜੇ ਔਗੁਣ ਕਮਾਓਗੇ ਤੇ ਤੁਹਾਡੇ ਜੀਵਨ ਵਿੱਚ ਪਛਤਾਵਾ ਹੋਏਗਾ। ਹੁਣ ਗੁਰੂ ਜੀ ਨੇ ਰਾਹ ਦੱਸ ਦਿੱਤਾ ਨਾ ਕਿ ਜੇ ਅਵਗੁਣ ਕਮਾਓਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਪਛਤਾਵਾ ਹੋਏਗਾ, ਬਾਅਦ ਵਿੱਚ ਪਛਤਾਣਾ ਪੈਣਾ ਹੈ। ਇਸ ਲਈ ਔਗੁਣਾਂ ਨੂੰ ਛੱਡ ਕੇ ਗੁਣਾਂ ਦੇ ਧਾਰਨੀ ਹੋਵੋ, ਔਰ ਉਹ ਗੁਣ ਤੁਹਾਡੇ ਅੰਦਰ ਮੌਜੂਦ ਨੇ। ਤਾਂ ਇਹ ਹੁਣ ਸਾਨੂੰ ਕੰਮ ਆਪ ਕਰਨਾ ਪੈਣਾ ਹੈ। ਗੁਣਾਂ ਦੇ ਧਾਰਨੀ ਤਾਂ ਸਾਨੂੰ ਹੋਣਾ ਪੈਣਾ ਨਾ। ਮੰਨ ਲਓ 2 ਮਿੰਟ ਵਾਸਤੇ, ਸਪੋਜ਼ ਮੈਨੂੰ ਭੁੱਖ ਲੱਗੀ ਹੈ ਤੇ ਮੈਂ ਤੁਹਾਨੂੰ ਕਹਿਣਾ ਵੀ ਵੀਰ ਜਾਂ ਭੈਣ, ਮੈਨੂੰ ਭੁੱਖ ਬਹੁਤ ਲੱਗੀ ਹੈ, ਤੇ ਤੁਸੀਂ ਕਹਿੰਦੇ ਹੋ ਵੀਰੇ ਕੋਈ ਗੱਲ ਨਹੀਂ, ਭੁੱਖ ਲੱਗੀ ਤੇ ਅਸੀਂ ਪ੍ਰਸ਼ਾਦੇ ਪਕਾ ਦਿੰਦੇ ਹਾਂ। ਹੁਣ ਤੁਸੀਂ ਪ੍ਰਸ਼ਾਦੇ ਪਕਾ ਸਕਦੇ ਹੋ, ਮੇਰੇ ਸਾਹਮਣੇ ਮੇਜ਼ ਤੇ ਰੱਖ ਸਕਦੇ ਹੋ, ਪਰੋਸ ਸਕਦੇ ਹੋ, ਪਰ ਖਾਣੀ ਤਾਂ ਰੋਟੀ ਮੈਨੂੰ ਪੈਣੀ ਹੈ ਨਾ। ਖਾਣ ਦਾ ਯਤਨ ਤਾਂ ਮੈਨੂੰ ਕਰਨਾ ਪੈਣਾ, ਖਾਣਾ ਤਾਂ ਮੈਨੂੰ ਪੈਣਾ ਨਾ। ਜੇ ਮੈਂ ਨਾ ਖਾਵਾਂ ਤਾਂ ਫਿਰ ਮੇਰੀ ਭੁੱਖ ਨਹੀਂ ਮਿਟੇਗੀ ਨਾ। ਤੁਸੀਂ ਪ੍ਰਸ਼ਾਦਾ ਬਣਾ ਸਕਦੇ ਹੋ, ਮੇਰੇ ਸਾਹਮਣੇ ਮੇਜ਼ ਤੇ ਪਰੋਸ ਸਕਦੇ ਹੋ, ਲੇਕਿਨ ਪ੍ਰਸ਼ਾਦਾ ਖਾਣਾ ਮੈਨੂੰ ਪੈਣਾ, ਭੁੱਖ ਤਾਂ ਮਿਟੇਗੀ।
ਇਸੇ ਤਰ੍ਹਾਂ ਗੁਰੂ ਜੀ ਸਾਨੂੰ ਕਹਿ ਸਕਦੇ ਨੇ ਵੀ ਅਵਗੁਣਾਂ ਨੂੰ ਛੱਡੋ, ਗੁਣਾਂ ਦੇ ਧਾਰਨੀ ਹੋਵੋ। ਗੁਣ ਤੁਹਾਡੇ ਅੰਦਰ ਨੇ, ਤੁਹਾਡੇ ਅੰਦਰ ਪੋਸੀਬਿਲਿਟੀ ਹੈ, ਤੁਸੀਂ ਇਹਨਾਂ ਗੁਣਾਂ ਦੇ ਧਾਰਨੀ ਹੋ ਸਕਦੇ ਹੋ। ਗੁਣਾਂ ਦੇ ਧਾਰਨੀ ਹੋਗੇ, ਰੱਬ ਵਿੱਚ ਮਿਲ ਜਾਓਗੇ, ਸ਼ੋਭਨਿਕ ਜੀਵਨ ਬਣ ਜਾਏਗਾ। ਪਰ ਹੁਣ ਗੁਣਾਂ ਦਾ ਧਾਰਨੀ ਤਾਂ ਸਾਨੂੰ ਹੋਣਾ ਪੈਣਾ ਨਾ, ਇਹ ਰਿਕੁਆਇਰਮੈਂਟ ਤੇ ਹਰ ਬੰਦੇ ਨੂੰ ਪੂਰੀ ਕਰਨੀ ਪੈਣੀ ਹੈ ਨਾ। ਕੇਵਲ ਪ੍ਰਸ਼ਾਦਾ ਮੇਰੀ ਮੇਜ਼ ਤੇ ਲਿਆ ਕੇ ਰੱਖ ਦਿਓ ਤੇ ਮੇਰੀ ਭੁੱਖ ਨਹੀਂ ਨਾ ਮਿਟਣੀ, ਖਾਣਾ ਪੈਣਾ ਮੈਨੂੰ। ਗੁਰੂ ਜੀ ਨੇ ਭੋਜਨ ਪਰੋਸ ਕੇ ਸਾਡੇ ਸਾਹਮਣੇ ਰੱਖਿਆ ਹੈ, ਪਰ ਇਹ ਛਕਣਾ ਤੇ ਸਾਨੂੰ ਪੈਣਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो, जे को खावे जे को पुंछे तिसका होए उधारो। ਜਿਹੜਾ ਖਾਏ ਪਚਾਏਗਾ ਉਹਦਾ ਉਧਾਰ ਹੋ ਜਾਏਗਾ। ਗੁਰੂ ਨੇ ਤੇ ਭੋਜਨ ਰੱਖ ਦਿੱਤਾ ਸਾਡੇ ਸਾਹਮਣੇ। ਪਿਓ ਦਾਦੇ ਦਾ ਕਿਹੜਾ ਵੱਡਾ ਖਜ਼ਾਨਾ ਹੈ ਸਾਡੇ ਕੋਲ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵਾਧੂ ਜਾਈ। ਹੁਣ ਗੁਰਬਾਣੀ ਦਾ ਖਜ਼ਾਨਾ ਸਾਡੇ ਕੋਲ ਹੈ ਤੇ ਇਸ ਖਜ਼ਾਨੇ ਨੂੰ ਅਸੀਂ ਵਰਤਣਾ ਹੈ, ਇਹਨਾਂ ਗੁਣਾਂ ਨੂੰ ਅਸੀਂ ਇੰਪਲੀਮੈਂਟ ਕਰਨਾ ਹੈ। ਜਿਹੜਾ ਇੰਪਲੀਮੈਂਟ ਕਰੇਗਾ ਉਹ ਇਨਸਾਨ ਮਹਾਨ ਹੋ ਜਾਏਗਾ। ਅਗਲਾ ਬਚਨ ਕਰਦੇ ਨੇ, ਜੇ ਕਿਸੇ ਕਿਹੂ ਦਿਸ ਆਵੇ, ਤਾਂ ਕੋਈ ਕਿਹੂ ਮੰਗ ਲੈ, ਅਕੈ ਕੋਈ ਕਿਹੂ ਦੇਵਾਏ। ਇਹ ਹਰ ਤਨ ਜੋਰ ਕੀਤਾ, ਕਿਸੇ ਨਾਲ ਨਾ ਜਾਏ ਵੰਡਾਇਆ। ਇਸ ਪੰਕਤੀ ਦੇ ਵਿਸ਼ਰਾਮ ਫਿਰ ਸੁਣ ਲਓ। ਜੇ ਕਿਸੇ ਕਿਹੂ ਦਿਸ ਆਵੇ, ਤਾਂ ਕੋਈ ਕਿਹੂ ਮੰਗ ਲੈ, ਅਕੈ ਕੋਈ ਕਿਹੂ ਦੇਵਾਏ। ਇਹ ਹਰ ਤਨ ਜੋਰ ਕੀਤਾ, ਕਿਸੇ ਨਾਲ ਨਾ ਜਾਏ ਵੰਡਾਇਆ। ਕਿਹੂ ਦਾ ਮਤਲਬ ਹੈਗਾ ਕੁਝ, ਅਕੈ ਦਾ ਮਤਲਬ ਜਾਂ। ਜਿਵੇਂ ਅਸੀਂ ਕਹਿੰਦੇ ਨਾ, ਜਾਂ ਪਾਣੀ ਪੀ ਲੈ, ਜਾਂ ਰੋਟੀ ਖਾ ਲੈ, ਉਸ ਬੰਦੇ ਕੋਲੋਂ ਇਹ ਚੀਜ਼ ਲੈ ਲੈ, ਜਾਂ ਉਸ ਕੋਲੋਂ ਲੈ ਲੈ। ਅਕੈ ਦਾ ਮਤਲਬ ਜਾਂ। ਜ਼ੋਰ ਕੀਤਾ ਦਾ ਮਤਲਬ ਜੇ ਧੱਕਾ ਕੀਤਾ ਜਾਏ, ਬਦੋ ਬਦੀ। ਤਾਂ ਗੁਰੂ ਪਾਤਸ਼ਾਹ ਜੀ ਇਸ ਪੰਕਤੀ ਰਾਹੀਂ ਸਮਝਾ ਰਹੇ ਨੇ, ਜੇ ਕਿਸੇ ਮਨੁੱਖ ਨੂੰ ਗੁਰੂ ਤੋਂ ਬਿਨਾਂ ਕਿਸੇ ਹੋਰ ਕੋਲ ਕੁਝ ਦਿਸ ਪਏ ਤਾਂ ਉਸ ਪਾਸੋਂ ਕੁਝ ਮੰਗ ਲਵੇ, ਜਾਂ ਕੋਈ ਹੋਰ ਦਿਵਾ ਦੇਵੇ ਤਾਂ ਉਹਦੇ ਕੋਲੋਂ ਲੈ ਲਵੇ। ਪਰ ਹੁਣ ਇਹ ਗੁਣ ਤਾਂ ਹੋਰ ਕਿਸੇ ਕੋਲ ਹੈ ਨਹੀਂ। ਵਰਤਨ ਰਾਤੇ ਸਰਾਧ ਰੱਖਿਆ ਤਾਂ ਗੁਣ ਪ੍ਰਗਟ ਹੋਣੇ ਨਹੀਂ। ਤੀਰਥਾਂ ਤੇ ਨਾਤਿਆਂ ਤੇ ਚੀਜ਼ਾਂ ਮਿਲਣੀਆਂ ਨਹੀਂ। ਜੋ ਜ਼ਿੰਦਗੀ ਗੁਰੂ ਜੀ ਨੇ ਦਿੱਤੀ ਹੈ, ਸੰਸਾਰ ਦੇ ਅੰਦਰ ਰਹਿ ਕੇ ਨਿਰਲੇਪ ਹੋ ਕੇ ਜ਼ਿੰਦਗੀ ਜੀਣੀ, ਇਹ ਤਾਂ ਗੁਰੂ ਪਾਸੋਂ ਹੀ ਮਿਲੇਗੀ। ਜਿਹੜੇ ਸੰਸਾਰ ਨੂੰ ਛੱਡ ਕੇ ਚਲੇ ਗਏ ਨੇ, ਗ੍ਰਸਤ ਨੂੰ ਛੱਡ ਕੇ ਚਲੇ ਗਏ, ਜੇ ਉਹਨਾਂ ਤੋਂ ਅਸੀਂ ਜਾਚ ਸਿੱਖਣੀ ਚਾਹੀਏ ਕਿ ਸੰਸਾਰ ਦੇ ਅੰਦਰ ਰਹਿ ਕੇ ਗ੍ਰਸਤ ਵਿੱਚ ਰਹਿੰਦਿਆਂ ਨਿਰਲੇਪ ਕਿਵੇਂ ਰਹੀਦਾ, ਤਾਂ ਉਹ ਦੇ ਹੀ ਨਹੀਂ ਸਕਣਗੇ ਨਾ, ਕਿਉਂਕਿ ਆਪ ਰਹਿ ਨਹੀਂ। ਜੇ ਤਾਂ ਉਹ ਰਹਿ ਰਹੇ ਹੋਣ, ਜੇ ਉਹਨਾਂ ਨੇ ਸੰਸਾਰ ਵਿੱਚ ਗ੍ਰਸਤੀ ਜ਼ਿੰਦਗੀ ਜੀ ਕੇ ਨਿਰਲੇਪ ਹੋ ਕੇ ਸਬੂਤ ਪੇਸ਼ ਕੀਤਾ ਹੁੰਦਾ ਤਾਂ ਉਹਨਾਂ ਕੋਲੋਂ ਕੁਝ ਮਿਲ ਜਾਂਦਾ। ਉਹਨਾਂ ਕੋਲ ਤਾਂ ਹੈ ਨਹੀਂ। ਜਿੰਨਾ ਆਪਣੇ ਕੋਲ ਨਹੀਂ, ਉਹ ਕਿੱਥੋਂ ਦੇ ਦੇਣਗੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਇਹ ਦਾਤ ਜਿਹੜੀ ਹੈ ਗੁਰੂ ਦੇ ਗਿਆਨ ਰਾਹੀਂ ਹੀ ਮਿਲਦੀ ਹੈ। ਤੇ ਯਾਦ ਰੱਖਣਾ, ਇਹ ਹਰ ਤਨ ਜੋਰ ਕੀਤਾ, ਕਿਸੇ ਨਾਲ ਨਾ ਜਾਏ ਵੰਡਾਇਆ। ਇਹ ਜੋ ਰੱਬੀ ਗੁਣਾਂ ਦਾ ਧਨ ਹੈ, ਧੱਕਾ ਕਰਕੇ ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ, ਧੱਕੇ ਨਾਲ ਕਿਸੇ ਤੋਂ ਲਿਆ ਨਹੀਂ ਜਾ ਸਕਦਾ। ਇਹ ਗੁਣ ਕਿਸੇ ਤੋਂ ਖੋਏ ਨਹੀਂ ਜਾ ਸਕਦੇ। ਪ੍ਰੋਪਰਟੀ ਹੈ, ਭੈਣ ਭਰਾ ਵੰਡ ਲੈਂਦੇ ਨੇ, ਸ਼ਰੀਕ ਵੰਡ ਲੈਂਦੇ ਨੇ, ਪਤਨੀ ਵੰਡ ਲੈਂਦੀ ਹੈ, ਪਤੀ ਵੰਡ ਲੈਂਦਾ ਹੈ, ਪਤੀ ਪਤਨੀ ਅੱਧੋ ਕਰ ਲੈਂਦੇ ਨੇ। ਯਾਨੀ ਜੋ ਦੁਨਿਆਵੀ ਸਾਡੀਆਂ ਪ੍ਰੋਪਰਟੀਆਂ ਨੇ ਉਹ ਵੰਡੀਆਂ ਜਾ ਸਕਦੀਆਂ ਨੇ, ਕਿਸੇ ਤੋਂ ਖੋਈ ਜਾ ਸਕਦੀ ਹੈ। ਕਿਸੇ ਦੇ ਹੱਕ ਲੋਕ ਖੋ ਲੈਂਦੇ ਨੇ, ਪ੍ਰੋਪਰਟੀਆਂ ਤੇ ਕਬਜ਼ਾ ਕਰ ਲੈਂਦੇ ਨੇ। ਪਰ ਇਹ ਰੱਬੀ ਗੁਣ ਐਸੇ ਨੇ, ਨਾ ਤੇ ਵੰਡਾਏ ਜਾਂਦੇ ਨੇ, ਨਾ ਹੀ ਇਹ ਕਿਸੇ ਤੋਂ ਖੋਏ ਜਾ ਸਕਦੇ ਨੇ, ਨਾ ਧੱਕਾ ਕਰਕੇ ਲੈ ਜਾ ਸਕਦੇ ਨੇ। ਇਹ ਤਾਂ ਆਪ ਅਪਣਾਣੇ ਪੈਣੇ ਨੇ, ਜਿਹੜਾ ਮਰਜ਼ੀ ਅਪਣਾ ਲਵੇ। ਧੱਕਾ ਕੀਤਿਆਂ ਨਹੀਂ ਲੈ ਜਾ ਸਕਦੇ, ਕਿਸੇ ਹੋਰ ਦੇ ਕੋਲ ਨਹੀਂ ਹਨ। ਇਹ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਆਪ ਸਾਨੂੰ ਮਿਲਦੇ ਨੇ, ਗੁਰੂ ਰਾਹੀਂ ਮਿਲਦੇ ਨੇ। ਜਿਸ ਨੂੰ ਸਤਿਗੁਰ ਨਾਲ ਹਰ ਸ਼ਰਧਾ ਲਾਏ, ਤਿਸ ਹਰ ਧਨ ਕੀ ਵੰਡ ਹੱਥ ਆਵੇ। ਜਿਸ ਨੂੰ ਕਰਤੈ ਤੁਰ ਲਿਖ ਪਾਇਆ। ਵਿਸ਼ਰਾਮ ਫਿਰ ਸੁਣ ਲਓ। ਜਿਸ ਨੂੰ ਸਤਿਗੁਰ ਨਾਲ ਹਰ ਸਰਧਾ ਲਾਏ, ਤਿਸ ਹਰ ਤਨ ਕੀ ਵੰਡ ਹੱਥ ਆਵੇ। ਜਿਸ ਨੂੰ ਕਰਤੈ
ਧੁਰ ਲਿਖ ਪਾਇਆ। ਸ਼ਰਧਾ ਦਾ ਮਤਲਬ ਪ੍ਰਤੀਤ, ਸ਼ਰਧਾ ਦਾ ਮਤਲਬ ਹੈ ਵਿਸ਼ਵਾਸ। ਹੱਥ ਦਾ ਮਤਲਬ ਹੱਥ ਵਿੱਚ, ਹੱਥ ਆਵੇ ਦਾ ਮਤਲਬ ਮਿਲਦੀ ਹੈ। ਵੰਡ ਦਾ ਮਤਲਬ ਹਿੱਸਾ, ਜਿਵੇਂ ਆਂਦੇ ਨਾ ਮੈਨੂੰ ਜਿੰਨੀ ਚੀਜ਼ ਮੇਰੇ ਵੰਡੇ ਆਉਂਦੀ ਹੈ ਮੈਨੂੰ ਦੇ ਦਿਓ। ਵੰਡੇ ਆਉਣ ਦਾ ਮਤਲਬ ਹਿੱਸੇ ਆਉਂਦੀ ਹੈ, ਵੰਡ ਦਾ ਮਤਲਬ ਹਿੱਸਾ। ਧੁਰ ਦਾ ਮਤਲਬ ਧੁਰ ਤੋਂ, ਮੁੱਢ ਤੋਂ, ਸ਼ੁਰੂ ਤੋਂ। ਲਿਖ ਪਾਇਆ ਦਾ ਮਤਲਬ ਜੋ ਵੀ ਲਿਖਤ ਦੇ ਅੰਦਰ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਨੇ ਧੁਰ ਤੋਂ ਹੀ ਇਹ ਲੇਖ ਲਿਖ ਦਿੱਤਾ ਹੈ, ਯਾਨੀ ਇਹ ਸਿਸਟਮ ਹੈ, ਇਹ ਨਿਯਮ ਹੈ ਕਿ ਉਸ ਮਨੁੱਖ ਦੀ ਗੁਰੂ ਵਿੱਚ ਸ਼ਰਧਾ ਬਣਾਉਂਦਾ ਹੈ, ਯਾਨੀ ਗੁਰੂ ਦੇ ਉੱਤੇ ਵਿਸ਼ਵਾਸ ਬਣਾਉਂਦਾ ਹੈ, ਤੇ ਗੁਰੂ ਦੀ ਰਾਹੀਂ ਇਹ ਜੋ ਗੁਣਾਂ ਦੀ ਦਾਤ ਹੈ ਉਹ ਮਿਲਦੀ ਹੈ। ਯਾਨੀ ਇਹ ਧੁਰ ਤੋਂ ਹੀ, ਸ਼ੁਰੂ ਤੋਂ ਹੀ ਨੇਮ ਚੱਲਿਆ ਆ ਰਿਹਾ ਹੈ। ਇਹ ਨਹੀਂ ਕਿ ਮੱਥੇ ਦੇ ਉੱਤੇ ਲੇਖ ਲਿਖਿਆ ਹੈ ਕਿਸੇ ਇੱਕ ਦੇ, ਟੋਟਲ ਨਿਯਮ ਹੀ ਇਹ ਹੈ ਕਿ ਜੋ ਵੀ ਗੁਣ ਨੇ ਉਹ ਗੁਰੂ ਗਿਆਨ ਰਾਹੀਂ ਮਿਲਣਗੇ, ਗਿਆਨ ਤੋਂ ਬਿਨਾਂ ਨਹੀਂ। ਜੇ ਕਿਸੇ ਨੂੰ ਗਿਆਨ ਨਹੀਂ ਹੈ ਤਾਂ ਉਹ ਕਰਮ ਨਹੀਂ ਕਰ ਸਕੇਗਾ। ਉਹਨੂੰ ਉਹ ਕਰਮ ਕਰਨ ਵਾਸਤੇ ਗਿਆਨ ਦੀ ਜ਼ਰੂਰਤ ਹੈ। ਮਨ ਸਮਝਾਵਨ ਕਾਰਨੇ ਕਛੁਅਕ ਪੜੀਏ ਗਿਆਨ। ਚਾਹੇ ਕੋਈ ਛੋਟਾ ਮੋਟਾ ਕੰਮ ਵੀ ਹੈ ਨਾ, ਉਹਦੇ ਵਾਸਤੇ ਗਿਆਨ ਦੀ ਲੋੜ ਤਾਂ ਹੈ। ਜਿਵੇਂ ਸਾਨੂੰ ਬਹਿਣਾ ਨਹੀਂ ਸੀ ਆਉਂਦਾ ਤਾਂ ਅਸੀਂ ਬਹਿਣਾ ਸਿੱਖਿਆ, ਤੁਰਨਾ ਸਿੱਖਿਆ। ਰੋਟੀ ਖਾਣੀ ਨਹੀਂ ਸੀ ਨਾ ਹੁੰਦੀ, ਸਾਡੇ ਮਾਂ-ਬਾਪ ਸਾਡੇ ਮੂੰਹ ਚਮਚੇ ਨਾਲ ਪਾਉਂਦੇ ਸਨ। ਹੌਲੇ ਹੌਲੇ ਅਸੀਂ ਖਾਣਾ ਸਿੱਖਿਆ, ਹਰ ਚੀਜ਼ ਸਿੱਖੀ ਹੈ ਨਾ, ਗਿਆਨ ਰਾਹੀਂ ਗਿਆਨ ਲਿਆ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸ਼ੁਰੂ ਤੋਂ ਹੀ ਨਿਯਮ ਚੱਲਿਆ ਆ ਰਿਹਾ ਹੈ ਕਿ ਜਿਸ ਨੂੰ ਵੀ ਇਹ ਰੱਬੀ ਗੁਣ ਮਿਲੇ ਨੇ ਗੁਰੂ ਦੇ ਗਿਆਨ ਰਾਹੀਂ ਮਿਲੇ ਨੇ। ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ, ਅਗਿਆਨਤਾ ਦੇ ਨਾਲ ਨਹੀਂ, ਕਰਮ ਕਾਂਡ ਕਰਨ ਦੇ ਨਾਲ ਨਹੀਂ, ਪੁੱਠੇ ਸਿੱਧੇ ਕੰਮ ਕਰਨ ਦੇ ਨਾਲ ਨਹੀਂ। ਤਾਂ ਇਸ ਲਈ ਕੇਵਲ ਉਹੀ ਵਾਹਿਗੁਰੂ ਦੇ ਗੁਣਾਂ ਦੀ ਦੌਲਤ ਵਿੱਚੋਂ ਹਿੱਸਾ ਪ੍ਰਾਪਤ ਕਰਦਾ ਹੈ ਜਿਸ ਨੂੰ ਸੁਆਮੀ ਸਿਰਜਣਹਾਰ ਸੱਚੇ ਗੁਰਾਂ ਵਿੱਚ ਭਰੋਸਾ ਪ੍ਰਦਾਨ ਕੀਤਾ ਹੈ, ਗੁਰੂ ਦੇ ਅੰਦਰ ਜਿਸ ਦਾ ਯਕੀਨ ਬਣਿਆ ਹੈ, ਔਰ ਜਿਸ ਨੇ ਆਪਣੇ ਅੰਦਰ ਐਸੇ ਲੇਖ ਲਿਖੇ ਨੇ, ਜਿਸ ਨੇ ਆਪਣੇ ਅੰਦਰ ਐਸੇ ਸੰਸਕਾਰ ਪੈਦਾ ਕੀਤੇ ਨੇ। ਔਰ ਇਹ ਗੱਲ ਸ਼ੁਰੂ ਤੋਂ ਮੁੱਢ ਕਦੀਮਾਂ ਤੋਂ ਚਲੀ ਆ ਰਹੀ। ਇਸ ਹਰ ਤਨ ਕਾ ਕੋਈ ਸ਼ਰੀਕ ਨਾਹੀ, किसै का खत नाही, किसै के सीम बन्ने रोल नाही, जे को हर तन की बखीली करे, इसका मुंह हर चौकुंडा विच काला कराया। इस पंक्ति दे विश्राम फिर नोट कर लो। इस हर तन का कोई शरीक नाही, किसै का खत नाही, किसै के सीम बन्ने रोल नाही, जे को हर तन की बखीली करे, तिसका मुंह हर चौं कुंडां विच काला कराया। खत ਦਾ ਮਤਲਬ ਹੈ ਪਟਾ। ਪਟਾ ਜਿਹੜਾ ਗਲ ਵਿੱਚ ਪਾਈਦਾ ਉਹ ਨਹੀਂ, ਮਲਕੀਅਤ ਦਾ ਪਟਾ ਜਿਹੜੀ ਲਿਖਤ ਲਿਖ ਦਿੰਦੇ ਨੇ। ਸੀਮ ਬੰਨੇ ਦਾ ਮਤਲਬ ਵੱਟ ਬੰਨਾ, ਇਹਨੂੰ ਸੀਵ ਨਹੀਂ ਪੜਨਾ, ਬਿੰਦੀ ਲਾ ਕੇ ਸੀਮ, ਜਿਵੇਂ ਸੀ ਕਹਿੰਦੇ ਨੇ, ਸੀਮ ਬੰਨੇ, ਵੱਟ ਬੰਨਾ, ਹੱਦ ਬੰਨਾ। ਰੋਲ ਦਾ ਮਤਲਬ ਹੈ ਰੌਲਾ, ਝਗੜਾ। ਬਖੀਲੀ ਦਾ ਮਤਲਬ ਚੁਗਲੀ, ਈਰਖਾ। ਬਖੀਲੀ ਦਾ ਮਤਲਬ ਚੁਗਲੀ ਜਾਂ ਈਰਖਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ हे ਭਾਈ, ਇਹ ਜੋ ਰੱਬੀ ਗੁਣ ਨੇ ਨਾ, ਰੱਬੀ ਗੁਣਾਂ ਦੀ ਜੋ ਗੁਰੂ ਦੇ ਗਿਆਨ ਦੀ ਦਾਤ ਹੈ, ਇੱਕ ਐਸੀ ਦਾਤ ਹੈ ਕਿ ਇਹ ਐਸੀ ਦਾਤ ਹੈ ਕਿ ਇਹਦਾ ਕੋਈ ਸ਼ਰੀਕ ਨਹੀਂ ਬਣ ਸਕਦਾ। ਜਿਵੇਂ ਸ਼ਰੀਕ ਹੁੰਦੇ ਨੇ, ਭੈਣ ਭਰਾ ਜ਼ਮੀਨ ਵੰਡਾ ਲੈਂਦੇ ਨੇ, ਤਾਂ ਇਹਨੂੰ ਕੋਈ ਵੰਡਾ ਨਹੀਂ ਸਕਦਾ ਗੁਣਾਂ ਨੂੰ। ਇਹ ਨਹੀਂ ਕਿ ਤੁਹਾਡੇ ਅੱਧੇ ਗੁਣ ਕੋਈ ਲੈ ਜਾਏ ਫਿਰ ਤੁਹਾਡੇ ਕੋਲ ਅੱਧੇ ਹੀ ਰਹਿ ਜਾਣ। ਇਹ ਐਸੀ ਜਾਇਦਾਦ ਹੈ ਕਿ ਇਹਦਾ ਕੋਈ ਸ਼ਰੀਕ ਨਹੀਂ ਬਣ ਸਕਦਾ। ਦੂਜੀ ਗੱਲ, ਇਹਦੇ ਉੱਤੇ ਕੋਈ ਜੱਦੀ ਹੱਕ ਨਹੀਂ ਜਕਾ ਸਕਦਾ ਵੀ ਕਿਸੇ ਨੇ ਪਟਾ ਨਹੀਂ ਲਿਖਾਇਆ। ਜਿਵੇਂ ਪਾਵਨ ਬਾਣੀ ਵਿੱਚ ਇੱਕ ਥਾਂ ਤੇ ਬਚਨ ਆਇਆ ਹੈ, ਆਪਨ ਬਾਪੈ ਨਾਹੀ ਕਿਸੇ ਕੋ, ਭਾਵਨ ਕੋ ਹਰ ਰਾਜਾ। ਰੱਬ ਕਿਸੇ ਦੇ ਪਿਓ ਦੀ ਪ੍ਰੋਪਰਟੀ ਨਹੀਂ ਹੈ। ਇਹ ਜਿਹੜੇ ਰੱਬੀ ਗੁਣ ਨੇ, ਇਹਨਾਂ ਦਾ ਕਿਸੇ ਨੇ ਪਟਾ ਨਹੀਂ ਲਿਖਾਇਆ ਹੋਇਆ, ਕਿਸੇ ਦੀ ਜੱਦੀ ਜਾਇਦਾਦ ਨਹੀਂ ਹੈ, ਕਿਸੇ ਕੋਲ ਇਹਦੀ ਮਲਕੀਅਤ ਦਾ ਪਟਾ ਵੀ ਨਹੀਂ ਹੈ, ਔਰ ਕਿਸੇ ਦਾ ਵੱਟ ਬੰਨੇ ਦਾ ਰੌਲਾ ਵੀ ਨਹੀਂ ਪੈ ਸਕਦਾ। ਜਿਵੇਂ ਜ਼ਮੀਨ ਹੁੰਦੀ ਹੈ ਨਾ ਵੱਟ, ਤੇ ਵੱਟ ਕੋਈ ਵਾਹ ਲਵੇ ਤਾਂ ਝਗੜਾ ਹੋ ਜਾਂਦਾ ਹੈ, ਪਾਣੀ ਦਾ ਝਗੜਾ ਹੋ ਜਾਂਦਾ ਹੈ। ਕਈ ਵਾਰ ਐਸਾ ਹੁੰਦਾ ਹੈ ਕਿ ਮੇਰੀ ਪੈਲੀ ਅੱਗੇ ਤੱਕ ਬਣਦੀ ਹੈ, ਉਹਦਾ ਝਗੜਾ ਹੋ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਗੁਣ ਐਸੇ ਨੇ ਜਿਨ੍ਹਾਂ ਦੇ ਵੱਟ ਬੰਨੇ ਦਾ ਰੌਲਾ ਵੀ ਨਹੀਂ ਪੈਂਦਾ,
ਇਹ ਨਹੀਂ ਕਹਿ ਸਕਦੇ ਕਿ ਮੇਰਾ ਸੱਚ ਤੂੰ ਬੋਲਤਾ, ਸੱਚ ਤਾਂ ਸੱਚ ਹੁੰਦਾ, ਜਿਹੜਾ ਮਰਜ਼ੀ ਬੋਲੀ ਜਾਏ। ਇਹ ਹਰ ਤਨ ਦਾ ਕੋਈ ਅਜਿਹਾ ਰੌਲਾ ਨਹੀਂ ਹੁੰਦਾ। ਪਰ ਗੁਰੂ ਜੀ ਕਹਿੰਦੇ ਨੇ, ਜੇ ਕੋਈ ਬੰਦਾ ਇਸ ਹਰ ਤਨ ਦੀ ਵਕੀਲੀ ਕਰਦਾ ਹੈ, ਜੇ ਕੋਈ ਚੰਗੇ ਗੁਣ ਜ਼ਿੰਦਗੀ ਜੀ ਰਿਹਾ ਹੈ, ਚੰਗੇ ਗੁਣਾਂ ਵਾਲੀ, ਜੇ ਕੋਈ ਚੰਗੇ ਗੁਣਾਂ ਦਾ ਧਾਰ ਨਹੀਂ ਹੈ, ਤੇ ਜੇ ਕੋਈ ਈਰਖਾ ਕਰਦਾ ਹੈ, ਸਾੜਾ ਕਰਦਾ ਹੈ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦਾ ਮੂੰਹ ਚਾਰਾਂ ਕੁੰਡਾਂ ਦੇ ਵਿੱਚ ਕਾਲਾ ਹੁੰਦਾ ਹੈ। ਭਾਵ ਕਿ ਉਹਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ, ਉਹਦੀ ਬੇਇੱਜ਼ਤੀ ਹੁੰਦੀ ਹੈ, ਉਹਨੂੰ ਫਿਰ ਚਾਰ ਬੰਦਿਆਂ ਵਿੱਚ ਝੂਠਾ ਹੋਣਾ ਪੈਂਦਾ ਹੈ। ਜਿਹੜਾ ਕੋਈ ਬੰਦਾ ਗੁਣੀ ਇਨਸਾਨ ਦੇ ਨਾਲ ਈਰਖਾ ਕਰਦਾ ਹੈ, ਦੋਸ਼ ਕਮਾਉਂਦਾ ਹੈ, ਵਿਰੋਧ ਕਰਦਾ ਹੈ, ਵੈਰ ਕਮਾਉਂਦਾ ਹੈ, ਉਹਦਾ ਮੂੰਹ ਕਾਲਾ ਹੁੰਦਾ ਹੈ। ਭਾਵ ਕਿ ਉਹਨੂੰ ਇਸ ਦੁਨੀਆ ਵਿੱਚ ਫਿਰ ਮਾਣ ਆਦਰ ਸਤਿਕਾਰ ਨਹੀਂ ਮਿਲਦਾ। ਹਰ ਕੇ ਦਿੱਤੇ ਨਾਲ ਕਿਸੇ ਜੋਰ ਬਖੀਲੀ ਨਾ ਚੱਲਈ, ਦਿਹੂ ਦਿਹੂ ਨਿਤ ਨਿਤ ਚੜ੍ਹੈ ਸਵਾਇਆ। ਜੋਰ ਬਖੀਲੀ ਦਾ ਮਤਲਬ ਨਿੰਦਾ ਚੁਗਲੀ, ਦਿਹੂ ਦਿਹੂ ਦਾ ਮਤਲਬ ਦਿਨ ਰਾਤ ਹਰ ਰੋਜ਼, ਚੜ੍ਹੈ ਸਵਾਇਆ ਦਾ ਮਤਲਬ ਵੱਧਦਾ ਹੈ। ਤਾਂ ਇਹ ਜੋ ਸ਼ੁਭ ਗੁਣਾਂ ਦਾ ਧਨ ਹੈ, ਆਪ ਹੀ ਪ੍ਰਭੂ ਗੁਰੂ ਦੇ ਰਾਹੀਂ ਦਿੰਦਾ ਹੈ। ਜੇ ਪ੍ਰਭੂ ਕਿਸੇ ਨੂੰ ਇਹ ਸ਼ੁਭ ਗੁਣਾਂ ਦੀ ਦਾਤ ਦੇਵੇ ਤਾਂ ਕਿਸੇ ਹੋਰ ਦਾ ਜ਼ੋਰ ਨਹੀਂ ਚੜ ਸਕਦਾ, ਕਿਸੇ ਦੀ ਈਰਖਾ ਕੁਛ ਵਿਗਾੜ ਨਹੀਂ ਸਕਦੀ। ਇਹ ਗੁਣਾਂ ਦੀ ਐਸੀ ਦਾਤ ਹੈ ਜੋ ਦਿਨ ਰਾਤ ਸਵਾਈ ਸਵਾਈ ਵੱਧਦੀ ਜਾਂਦੀ ਹੈ, ਗੁਣ ਘਟਦੇ ਨਹੀਂ। ਜਿਵੇਂ ਜਿਵੇਂ ਇਹਨਾਂ ਨੂੰ ਯੂਜ਼ ਕਰੋਗੇ ਤਿਵੇਂ ਤਿਵੇਂ ਵਧਣਗੇ। ਕਦੇ ਇਹ ਨਹੀਂ ਹੋ ਸਕਦਾ ਕਿ ਜੇ ਮੈਂ ਸੱਚ ਜ਼ਿਆਦਾ ਬੋਲਿਆ ਤੇ ਸੱਚ ਘਟ ਜਾਏਗਾ, ਸੱਚ ਘਟੇਗਾ ਨਹੀਂ, ਸੱਚ ਵਧੇ ਫੁੱਲੇਗਾ। ਇਹ ਨਹੀਂ ਕਿ ਅੱਜ ਤੁਸੀਂ ਘਰ ਦੇ ਜੀ ਆਪਸ ਵਿੱਚ ਪ੍ਰੇਮ ਨਾਲ ਰਹੇ ਤੇ ਕੱਲ ਤੁਹਾਨੂੰ ਲੜਨਾ ਪਵੇਗਾ ਕਿ ਜੇ ਯਾਰ ਰੋਜ਼ ਹੀ ਪ੍ਰੇਮ ਨਾਲ ਰਹੇ ਤੇ ਕਿਤੇ ਪ੍ਰੇਮ ਮੁੱਕ ਹੀ ਨਾ ਜਾਏ। ਪ੍ਰੇਮ ਮੁੱਕੇਗਾ ਨਹੀਂ। ਜਿਵੇਂ ਜਿਵੇਂ ਪ੍ਰੇਮ ਇੱਕ ਦੂਜੇ ਨਾਲ ਕਰੋਗੇ, ਪ੍ਰੇਮ ਵਧੇਗਾ। ਜਿਵੇਂ ਜਿਵੇਂ ਗੁਣਾਂ ਦੇ ਧਾਰਨੀ ਹੋਊਗੇ, ਗੁਣ ਹੋਰ ਪਰਪੱਕ ਹੁੰਦੇ ਜਾਣਗੇ, ਇਹ ਗੁਣ ਹੋਰ ਵੱਧਦੇ ਚਲੇ ਜਾਣਗੇ, ਇਹ ਸੁਖ ਸ਼ਾਂਤੀ ਹੋਰ ਵੱਧਦੀ ਔਰ ਚਲੀ ਜਾਏਗੀ। ਇਹ ਇੱਕ ਐਸੀ ਦਾਤ ਹੈ ਜਿਹੜੀ ਕਦੇ ਮੁੱਕਦੀ ਨਹੀਂ ਹੈ, ਇਹਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਸ਼ਲੋਕ ਮਹਿਲਾ ਤੀਜਾ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਇਹਨੂੰ ਆਪਣੀ ਨਹੀਂ ਪੜਨਾ, ਆਪਣੀ ਐੜੇ ਦੇ ਨਾਲ ਕਰਨਾ ਹੈ, ਉਹਦੀ ਆਵਾਜ਼ ਥੋੜੀ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਲੰਦਾ ਦਾ ਮਤਲਬ ਵਿਕਾਰਾਂ ਵਿੱਚ ਸੜਦਾ ਹੋਇਆ, ਰੱਖ ਲੈ ਤੋਂ ਭਾਵ ਬਚਾ ਲੈ। ਧਾਰ ਦਾ ਮਤਲਬ ਧਾਰ ਕੇ ਯਾਨੀ ਕਰਕੇ, ਕਿ ਹੇ ਪ੍ਰਭੂ ਵਿਕਾਰਾਂ ਵਿੱਚ ਸੜਦੇ ਹੋਏ ਇਸ ਸੰਸਾਰ ਨੂੰ, ਵਿਕਾਰਾਂ ਵਿੱਚ ਸੜਦੀ ਹੋਈ ਇਸ ਮਨੁੱਖਤਾ ਨੂੰ ਬਚਾ ਲੈ। ਇਸ ਮਨੁੱਖਤਾ ਵਿਕਾਰਾਂ ਦੇ ਅੰਦਰ ਜਲ ਰਹੀ ਹੈ। ਕਿਵੇਂ ਬੰਦਾ ਈਰਖਾ ਦੁਆਸ਼ ਦੇ ਵਿੱਚ ਸੜਦਾ ਫਿਰਦਾ ਹੈ, ਕਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਬੰਦਿਆਂ ਦੇ ਅੰਦਰੋਂ ਇਨਸਾਨੀਅਤ ਮੁੱਕਦੀ ਜਾ ਰਹੀ ਹੈ, ਅਹਿਸਾਸ ਮੁੱਕਦੇ ਜਾ ਰਹੇ ਨੇ। ਹੇ ਪ੍ਰਭੂ ਇਹਨਾਂ ਜੀਵਾਂ ਨੂੰ ਵਿਕਾਰਾਂ ਵਿੱਚ ਸੜਨ ਤੋਂ ਬਚਾ ਲੈ। ਜਿਤ ਦੁਆਰੈ ਉਭਰੈ, ਤਿਤੈ ਲੇਹੋ ਉਬਾਰ। ਲੇਹੋ ਉਬਾਰ। ਜਿਤ ਦੁਆਰੇ ਦਾ ਮਤਲਬ ਜਿਸ ਦਰ ਤੋਂ, ਯਾਨੀ ਜਿਸ ਤਰੀਕੇ ਨਾਲ। ਇੱਥੇ ਜਿਤ ਦੁਆਰੇ ਦਾ ਮਤਲਬ ਜਿਸ ਤਰ੍ਹਾਂ ਵੀ, ਜਿਸ ਤਰੀਕੇ ਨਾਲ ਵੀ। ਉਭਰੇ ਦਾ ਮਤਲਬ ਬਚ ਸਕੇ, ਤਿਤੈ ਦਾ ਮਤਲਬ ਉਸੇ ਤਰ੍ਹਾਂ, ਜਿਸ ਵੀ ਤਰੀਕੇ ਨਾਲ ਇਹ ਜਗਤ ਬਚ ਸਕਦਾ ਹੈ, ਜੀਵ ਜੰਤ ਈਰਖਾ ਦਵੇਸ਼ ਵੈਰ ਵਿਰੋਧ ਵਿੱਚ ਸੜਨ ਤੋਂ ਬਚ ਸਕਦੇ ਨੇ। ਹੇ ਪ੍ਰਭੂ ਉਸੇ ਤਰ੍ਹਾਂ ਬਚਾ ਲੈ। ਹੁਣ ਉਹ ਤਰੀਕਾ ਕਿਹੜਾ ਹੈ ਜਿਸ ਤਰੀਕੇ ਰਾਹੀਂ ਦੁਨੀਆ ਜਲਨ ਤੋਂ ਬਚ ਸਕਦੀ ਹੈ, ਅਗਲੀ ਪੰਕਤੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ। ਸਤਿਗੁਰ ਸੁਖ ਵੇਖਾਲਿਆ, ਸੱਚਾ ਸ਼ਬਦ ਵਿਚਾਰ। ਸਤਿਗੁਰ ਦਾ ਮਤਲਬ ਸਤਿਗੁਰੂ ਨੇ, ਸੁਖ ਦਾ ਮਤਲਬ ਆਤਮਕ ਆਨੰਦ, ਸੱਚਾ ਸ਼ਬਦ ਦਾ ਮਤਲਬ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ, ਵਿਚਾਰ ਦਾ ਮਤਲਬ ਵਿਚਾਰ ਕੇ, ਮਨ ਵਿੱਚ ਟਿਕਾ ਕੇ, ਮਨ ਦੇ ਅੰਦਰ ਕਿਸੇ ਚੀਜ਼ ਨੂੰ ਟਿਕਾ ਲੈਣਾ, ਮਨ ਦੇ ਅੰਦਰ ਵਸਾ ਲੈਣਾ। ਤਾਂ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਮਨ ਵਿੱਚ ਵਸਾ ਕੇ ਗੁਰੂ ਨੇ ਇਹ ਆਤਮਕ ਆਨੰਦ ਵਿਖਾ ਦਿੱਤਾ ਹੈ। ਜਿਹਨੂੰ ਵੀ ਵਿਖਾਇਆ ਹੈ, ਜਿਹਨੂੰ ਇਹ ਆਤਮਕ ਆਨੰਦ ਮਿਲਿਆ ਹੈ, ਜਿਹਨੇ ਆਤਮਕ ਖੁਸ਼ੀਆਂ ਮਾਣੀਆਂ ਨੇ, ਗੁਰੂ ਨੇ ਉਸ ਨੂੰ ਇਹ ਸਾਧਨ ਦੱਸਿਆ ਹੈ ਤੇ ਉਹਨੇ ਆਪਣੇ ਮਨ ਦੇ ਅੰਦਰ ਗੁਰੂ ਦੀ ਪਾਵਨ ਬਾਣੀ ਨੂੰ, ਰੱਬੀ ਸਿਫਤ ਸਲਾਹ ਨੂੰ ਵਸਾਇਆ ਹੈ।
यानी गुरु ने सदा थिर प्रभु दी सिफत सलाह दी बाणी मन विच वसा के जिन्हों भी ये सुख विखाया है ये ढंग है, ये तरीका है। किवें? गुरु के जरिए, गुरु ज्ञान की प्राप्ति करके शुभ गुणां नूं अपने मन विच वसा के तां ये सुख माणिया जा सकता है, विकारां तो बचिया जा सकता है, सड़न तो बचिया जा सकता है, ਇਹ ਮਨੁੱਖਤਾ ਨੂੰ ਜਲਨ ਤੋਂ ਬਚਾਇਆ ਜਾ ਸਕਦਾ ਹੈ। ਜੋ ਇਨਸਾਨੀਅਤ ਸੜ ਰਹੀ ਹੈ ਨਾ, ਇਨਸਾਨੀਅਤ ਮਰ ਰਹੀ ਹੈ ਬੰਦੇ ਦੇ ਅੰਦਰੋਂ, ਉਸ ਇਨਸਾਨੀਅਤ ਨੂੰ ਬਚਾਇਆ ਜਾ ਸਕਦਾ ਹੈ, ਆਤਮਿਕ ਜੀਵਨ ਜੀਵਿਆ ਜਾ ਸਕਦਾ ਹੈ ਜੇ ਗੁਰੂ ਦੇ ਸ਼ੁਭ ਗੁਣਾਂ ਨੂੰ ਆਪਣੀ ਸੋਚ ਦੇ ਅੰਦਰ ਵਸਾ ਲਿਆ ਜਾਏ, ਆਪਣੀ ਸੋਚ ਨੂੰ ਬਦਲ ਲਿਆ ਜਾਏ, ਤਾਂ ਇਸ ਮਨੁੱਖਤਾ ਨੂੰ, ਸੰਸਾਰ ਨੂੰ ਵਿਕਾਰਾਂ ਵਿੱਚ ਸੜਨ ਤੋਂ ਬਚਾਇਆ ਜਾ ਸਕਦਾ ਹੈ। ਜਿਵੇਂ ਕਾਮ, ਕ੍ਰੋਧ, ਲੋਭ ਆਦਿਕ ਨੇ, ਮੋਹ ਹੈ, ਹੰਕਾਰ ਹੈ, ਈਰਖਾ ਦੁਐਸ਼ ਹੈ, ਜਾਂ ਚੋਰੀਆਂ ਯਾਰੀਆਂ ਆਦਿਕ ਨੇ, ਜਾਂ 2 ਨੰਬਰ ਦੇ ਧੰਦੇ ਨੇ, ਜਾਂ ਇੱਕ ਦੂਜੇ ਦਾ ਵੈਰ ਵਿਰੋਧ ਲੈ ਕਤਲੋ ਗਾਰਤ ਹੈ, ਤਾਂ ਇਹਨਾਂ ਚੀਜ਼ਾਂ ਤੋਂ ਮਨੁੱਖਤਾ ਨੂੰ ਬਚਾਇਆ ਜਾ ਸਕਦਾ ਹੈ। ਇਹ ਸੰਭਾਵਨਾ ਹੈ, ਇਹ ਪੋਸੀਬਿਲਿਟੀ ਹੈ ਜੇਕਰ ਅਸੀਂ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ ਮੰਡਲ ਵਿੱਚ ਵਸਾ ਲਈਏ। ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸ਼ਣ ਹਾਰ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਮਨੁੱਖ ਨੂੰ ਜਿਹਦੇ ਹਿਰਦੇ ਦੇ ਅੰਦਰ, ਸੋਚ ਅੰਦਰ ਗੁਰੂ ਨੇ ਗੁਣ ਵਸਾ ਦਿੱਤੇ ਨੇ, ਜਿਸ ਨੂੰ ਗੁਰੂ ਨੇ ਗਿਆਨ ਦੀ ਦਾਤ ਦਿੱਤੀ ਹੈ, ਸੂਝ ਬਖਸ਼ੀ ਹੈ, ਕਾਮਨ ਸੈਂਸ ਬਖਸ਼ੀ ਹੈ, ਵਿਵੇਕ ਬੁੱਧ ਬਖਸ਼ੀ ਹੈ, ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਰੱਬ ਤੋਂ ਬਿਨਾਂ ਕੋਈ ਹੋਰ ਬਖਸ਼ਿਸ਼ ਕਰਨ ਵਾਲਾ ਨਹੀਂ ਹੈ। ਰੱਬ ਦੀ ਸ਼ਰਨੀ ਪੈ ਕੇ, ਰੱਬੀ ਗੁਣਾਂ ਦੇ ਧਾਰਨੀ ਹੋ ਕੇ ਹੀ ਇਸ ਮਨੁੱਖਤਾ ਨੂੰ ਬਚਾਇਆ ਜਾ ਸਕਦਾ ਹੈ। ਰੱਬੀ ਗੁਣਾਂ ਦੇ ਧਾਰਨੀ ਹੋ ਕੇ ਹੀ ਆਪਣੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਲਿਆਂਦੀ ਜਾ ਸਕਦੀ ਹੈ। ਉਹਨੂੰ ਇਹ ਸਮਝ ਆ ਜਾਂਦੀ ਹੈ। ਮਹਿਲਾ ਤੀਜਾ, ਹਉਮੈ ਮਾਇਆ ਮੋਹਣੀ ਦੂਜੈ ਲੱਗੈ ਜਾਏ। ਹਉਮੈ ਦਾ ਮਤਲਬ ਮੈਂ ਦਾ ਪ੍ਰਭਾਵ, ਈਗੋ। ਹਉਮੈ ਮਾਇਆ ਦਾ ਮਤਲਬ ਮਾਇਆ ਦੀ ਹਉਮੈ, ਮਾਇਆ ਦੀ ਤਾਂਗ। ਦੂਜੇ ਦਾ ਮਤਲਬ ਪ੍ਰਭੂ ਤੋਂ ਬਿਨਾਂ ਕੋਈ ਹੋਰ ਦਾ ਮੋਹ, ਗੁਣਾਂ ਨੂੰ ਛੱਡ ਕੇ ਅਵਗੁਣਾਂ ਦਾ ਮੋਹ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਜੋ ਹਉਮੈ ਵਾਲੀ ਮਾਇਆ ਹੈ, ਮੋਹ ਲੈਣ ਵਾਲੀ ਹੈ, ਸਾਰੇ ਸੰਸਾਰ ਨੂੰ ਆਪਣੇ ਸਮਰੱਥ ਵਸ ਵਿੱਚ ਕਰਨ ਦੀ ਸਮਰੱਥਾ ਵਾਲੀ ਹੈ, ਤੇ ਇਹਦੇ ਅਸਰ ਹੇਠ ਜੀਵ ਪ੍ਰਭੂ ਨੂੰ ਵਿਸਾਰ ਕੇ ਹੋਰ ਦੇ ਮੋਹ ਦੇ ਵਿੱਚ ਫਸਦਾ ਜਾਂਦਾ ਹੈ। ਹਉਮੈ ਵਾਲੀ ਮਾਇਆ। ਹੁਣ ਇਹ ਮਾਇਆ ਕੀ ਹੈ? ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਮਾਇਆ ਦਾ ਮਤਲਬ ਹੈ ਸਾਡੀ ਸੋਚ। ਉਹ ਸੋਚ ਜੋ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ। ਸਾਡੀ ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਮਨੁੱਖਾਂ ਦੀ ਉਹ ਸੋਚ ਜੋ ਸੈਲਫਿਸ਼ਨੈਸ ਪੈਦਾ ਕਰਦੀ ਹੈ, ਔਰ ਬੰਦਾ ਇਸ ਸੋਚ ਦੇ ਉੱਤੇ ਹੰਕਾਰ ਕਰ ਰਿਹਾ ਹੈ। ਤੇ ਇਹ ਸੋਚ ਜਿਹੜੀ ਹੈ ਬੰਦੇ ਨੂੰ ਮੋਹ ਲੈਣ ਵਾਲੀ ਹੈ। ਹਰ ਇੱਕ ਨੂੰ, ਆਮ ਲੋਕਾਂ ਨੂੰ ਇਸ ਸੋਚ ਨੇ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ। ਹਰ ਬੰਦਾ ਮੈਂ ਕਰਦਾ ਫਿਰਦਾ, ਮੈਂ ਹੀ ਸਭ ਤੋਂ ਵੱਡਾ, ਮੈਂ ਹੀ ਸਭ ਤੋਂ ਸਿਆਣਾ। ਤਾਂ ਗੁਰੂ ਜੀ ਕਹਿੰਦੇ ਨੇ ਇਸ ਸੋਚ ਕਰਕੇ ਜਿਹੜੀ ਮੋਹ ਲੈਣ ਵਾਲੀ ਹੈ, ਇਹਦੇ ਮੋਹ ਦੇ ਕਾਰਨ ਬੰਦਾ ਰੱਬੀ ਗੁਣਾਂ ਨੂੰ ਛੱਡ ਕੇ ਤੇ ਦੂਜੇ ਦੇ ਪਿਆਰ ਵਿੱਚ ਲੱਗਾ ਹੋਇਆ ਹੈ, ਈਰਖਾ ਦੁਐਸ਼ ਵੈਰ ਵਿਰੋਧ ਦੇ ਵਿੱਚ ਪਿਆ ਹੋਇਆ ਹੈ। ਇਹ ਸੋਚ ਜਿਹੜੀ ਹੈ ਮਨੁੱਖ ਦੀ ਗੜਬੜ ਕਰ ਰਹੀ ਹੈ। ਨਾ ਇਹ ਮਾਰੀ ਨਾ ਮਰੈ, ਨਾ ਇਹ ਹੱਟ ਵਿਕਾਏ। ਹੱਟ ਦਾ ਮਤਲਬ ਹੱਟੀ ਤੇ। ਨਾ ਇਹ ਮਾਰੀ, ਨਾ ਇਹ ਮਾਰੀ ਦਾ ਮਤਲਬ ਹੈ ਕਿਸੇ ਪਾਸੋਂ ਮਾਰੀ ਵੀ ਨਹੀਂ ਜਾ ਸਕਦੀ। ਹੁਣ ਆਪਣੇ ਆਪ ਇਹ ਸੋਚ ਨੂੰ ਬੰਦਾ ਨਹੀਂ ਮਾਰ ਸਕਿਆ। ਨਾ ਮਰੇ, ਨਾ ਇਹ ਸੋਚ ਆਪਣੇ ਆਪ ਮਰਦੀ ਹੈ ਵੀ ਚਲ ਆਪਣੇ ਆਪ ਹੀ ਮਰ ਜਾਏ। ਬੰਦਾ ਮਰ ਜਾਂਦਾ, ਪਰ ਜਦੋਂ ਤੱਕ ਜਿਉਂਦਾ ਹੈ ਸੋਚ ਨਹੀਂ ਮਰਦੀ। ਨਾ ਇਹ ਹੱਟ ਵਿਕਾਏ, ਨਾ ਹੀ ਕੋਈ ਇਹੋ ਜਿਹੀ ਦੁਕਾਨ ਹੈ ਵੀ ਜਿੱਥੇ ਜਾ ਕੇ ਨੂੰ ਵੇਚ ਆਈਏ ਤੇ ਇਹਦੇ ਬਦਲੇ ਦੂਜੀ ਸੋਚ ਲੈ ਆਈਏ। ਲੋਕ ਜਾਂਦੇ ਨੇ ਨਾ ਤੀਰਥਾਂ ਤੇ, ਜੇ ਉੱਥੇ ਜਾ ਕੇ ਇਹ ਸੋਚ ਬਦਲਦੀ ਹੋਵੇ ਤਾਂ ਸੋਚ ਬਦਲ ਜਾਣੀ ਚਾਹੀਦੀ ਸੀ, ਨਹੀਂ ਬਦਲੀ ਨਾ। ਜੇ ਜੰਗਲਾਂ ਵਿੱਚ ਜਾਇਆ ਇਹ ਸੋਚ ਬਦਲਦੀ ਹੁੰਦੀ ਤਾਂ ਜਿੰਨੇ ਜੰਗਲਾਂ ਦੇ ਅੰਦਰ ਗਏ ਸੰਨਿਆਸੀ ਨੇ ਉਹ ਤੇ ਰੱਬ ਦਾ ਰੂਪ ਹੋ ਜਾਣੇ ਚਾਹੀਦੇ ਸੀ। ਜੇ ਸੰਸਾਰ ਨੂੰ ਛੱਡ ਕੇ ਬਾਬੇ ਬਣਨ ਨਾਲ ਇਹ ਸੋਚ ਬਦਲਦੀ ਹੁੰਦੀ ਤਾਂ ਘੱਟ ਤੋਂ ਘੱਟ ਬਾਬਿਆਂ ਦੀਆਂ ਲੜਾਈਆਂ ਤੇ ਆਪਸ ਨਾ ਹੁੰਦੀਆਂ ਤੇ ਨਾਂਗੇ ਸਾਧਾਂ ਦੀਆਂ ਵੀ ਡਾਂਗਾਂ ਖੜਕਦੀਆਂ ਨੇ। ਨਾ ਤੇ ਆਪਣੇ ਆਪ ਮਰਦੀ ਹੈ, ਨਾ ਕਿਸੇ ਦੇ ਮਾਰਿਆਂ ਮਰਦੀ ਹੈ, ਨਾ ਹੀ ਕੋਈ ਦੁਕਾਨ ਹੈ ਵੀ ਜਿੱਥੇ ਉਹਨੂੰ ਵੇਚ ਦਈਏ ਤੇ ਇਹਦੇ ਬਦਲੇ ਕੋਈ ਚਲ 4 ਪੈਸੇ ਲੈ ਆਈਏ। ਵਿਕਦੀ ਵੀ ਨਹੀਂ।
ਤਾਂ ਇਹਦੇ ਤੋਂ ਖਹਿੜਾ ਛਡਾਉਣ ਦਾ ਸਾਧਨ ਕੀ ਹੈ? ਅਗਲੀ ਪੰਕਤੀ ਵਿੱਚ ਸਾਨੂੰ ਇਹ ਦੱਸ ਰਹੇ ਨੇ ਕਿ ਇਹ ਸੋਚ ਨੂੰ ਬਦਲਣ ਦਾ ਸਾਧਨ ਕੀ ਹੈ, ਜੋ ਹਉਮੈ ਹੈ, ਮਮਤਾ ਹੈ। ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ। ਗੁਰ ਕੈ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਦਿੱਤੇ ਵੇ ਆਫ ਲਾਈਫ ਰਾਹੀਂ। ਪਰ ਜਾਲੀਏ ਦਾ ਮਤਲਬ ਚੰਗੀ ਤਰ੍ਹਾਂ ਸਾੜ ਦਿੱਤੀ ਜਾਏ, ਕੱਚ ਭੁੰਨ ਨਾ ਕੀਤੀ ਜਾਏ। ਕੱਚ ਭੁੰਨ ਕੀਤਿਆਂ ਫਿਰ ਬਚ ਸਕਦੀ ਹੈ, ਚੰਗੀ ਤਰ੍ਹਾਂ ਸਾੜ ਦਿੱਤੀ ਜਾਏ, ਰਾਖ ਕਰ ਦਿੱਤੀ ਜਾਏ। ਜਦੋਂ ਇਹਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਚੰਗੀ ਤਰ੍ਹਾਂ ਸਾੜ ਦਈਏ, ਤਦੋਂ ਫਿਰ ਇਹ ਵਿੱਚੋਂ ਚਲੀ ਜਾਂਦੀ ਹੈ, ਤਦੋਂ ਫਿਰ ਇਹ ਮੁੱਕ ਜਾਂਦੀ ਹੈ। ਗੁਰੂ ਦੇ ਸ਼ਬਦ ਰਾਹੀਂ ਸਾੜਨਾ, ਜਿਵੇਂ ਅਸੀਂ ਸ਼ਬਦ ਹੈ ਨਾ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸੋ ਮੇਲ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਇਕੱਠੇ ਏਕ ਰਤੀਲੇ ਪਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਦੁਨੀਆ ਦੇ ਲੋਗੋਂ, ਮੈਂ ਰੱਬੀ ਗੁਣਾਂ ਦਾ, ਰੱਬੀ ਸਿਫਤ ਸਲਾਹ ਦਾ ਦੀਵਾ ਜਗਾਇਆ, ਉਸ ਦੀਵੇ ਵਿੱਚ ਆਪਣੇ ਦੁੱਖਾਂ ਦਾ ਤੇਲ ਪਾ ਦਿੱਤਾ ਹੈ। ਜਿਵੇਂ ਜਿਵੇਂ ਦੀਵਾ ਬਲ ਰਿਹਾ ਹੈ, ਤਿਵੇਂ ਤਿਵੇਂ ਮੇਰੇ ਅੰਦਰ ਆਤਮਿਕ ਜੀਵਨ ਦਾ ਚਾਨਣਾ ਹੋਈ ਜਾ ਰਿਹਾ ਹੈ ਤੇ ਦੁੱਖ ਮੇਰੇ ਮੁੱਕੀ ਜਾ ਰਹੇ ਨੇ। ਤੇ ਨਾਲ ਕਹਿੰਦੇ ਨੇ ਇਸ ਗੱਲ ਨੂੰ ਮਜ਼ਾਕ ਨਾ ਸਮਝੋ, ਲੋਕਾਂ ਮਤ ਕੋ ਫੱਕੜ ਪਾਏ ਨੂੰ ਮਜ਼ਾਕ ਵਿੱਚ ਨਾ ਪਾ ਲਿਓ। ਮੈਂ ਤੁਹਾਨੂੰ ਮਿਸਾਲ ਦੇ ਰਿਹਾ। ਗੁਰੂ ਜੀ ਕਹਿੰਦੇ ਨੇ ਲੱਖ ਮੜਿਆ ਕਰ ਇਕੱਠੇ, ਜਿਵੇਂ ਲੱਖਾਂ ਪੰਡਾਂ ਲੱਕੜਾਂ ਦੀਆਂ ਇਕੱਠੀਆਂ ਕਰ ਲਈਆਂ ਜਾਣ, ਏਕ ਰਤੀਲੇ ਪਾਹ, ਤੇ ਉਹ ਚ ਰਤੀ ਕੋ ਅੱਗ ਪਾ ਦਿੱਤੀ ਜਾਏ, ਸਾਰਿਆਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਨਾ। ਐਵੇਂ ਗੁਰੂ ਦਾ ਗਿਆਨ, ਸੱਚ ਦੀ ਲਾਈ ਹੋਈ ਨਿੱਕੀ ਜੀ ਚੰਗਿਆਰੀ ਅੰਦਰਲੇ ਪਾਪਾਂ ਵਿਕਾਰਾਂ ਹਉਮੈ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ। ਇਸ ਲਈ ਸਾਨੂੰ ਮਮਤਾ ਤੋਂ, ਹਉਮੈ ਤੋਂ, ਵਿਕਾਰਾਂ ਤੋਂ ਬਚਣ ਲਈ ਕਿਸ ਚੀਜ਼ ਦੀ ਲੋੜ ਹੈ? ਗੁਰੂ ਸ਼ਬਦ ਦੀ, ਗੁਰੂ ਗਿਆਨ ਦੀ, ਗੁਰੂ ਦੀ ਵਿਚਾਰਧਾਰਾ ਦੀ, ਗੁਰੂ ਦੀ ਫਿਲਾਸਫੀ ਦੀ, ਗੁਰੂ ਦੇ ਦਿੱਤੇ ਵੇ ਆਫ ਲਾਈਫ ਦੀ। ਇਸ ਵੇ ਆਫ ਲਾਈਫ ਨੂੰ ਅਪਣਾਉਣ ਦੇ ਨਾਲ ਇਹ ਮਮਤਾ ਆਦਿਕ ਚੰਗੀ ਤਰ੍ਹਾਂ ਸੜ ਜਾਂਦੀ ਹੈ। ਤੇ ਫਿਰ ਹੁੰਦਾ ਕਿ ਜਦੋਂ ਮਮਤਾ ਮਾਇਆ ਸੜ ਜਾਏ, ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ, ਤਾਂ ਫਿਰ ਉਸ ਮਨੁੱਖ ਦਾ ਤਨ ਵੀ ਔਰ ਮਨ ਵੀ ਪਵਿੱਤਰ ਹੋ ਜਾਂਦਾ, ਜਿਹਦੇ ਅੰਦਰੋਂ ਇਹ ਸੋਚ ਮੁੱਕ ਜਾਏ। ਮਨ ਪਵਿੱਤਰ ਹੋਣ ਦਾ ਮਤਲਬ ਮੈਂਟੈਲਿਟੀ, ਸੋਚ ਪਵਿੱਤਰ ਹੋ ਗਈ, ਤੇ ਤਨ ਪਵਿੱਤਰ ਹੋਣ ਦਾ ਮਤਲਬ ਉਹਦੇ ਗਿਆਨ ਇੰਦਰੇ ਪਵਿੱਤਰ ਹੋ ਗਏ, ਉਹਦੇ ਕਰਮ ਵੀ ਪਵਿੱਤਰ ਹੋ ਗਏ, ਉਹ ਅੰਦਰੋਂ ਔਰ ਬਾਹਰੋਂ ਸੱਚਾ ਹੋ ਗਿਆ। ਨਾਮ ਵਸੈ ਮਨ ਆਏ, ਨਾਮ ਦਾ ਮਤਲਬ ਰੱਬੀ ਹੁਕਮ, ਰੱਬੀ ਸਿਫਤ ਸਲਾਹ। ਫਿਰ ਉਹਦੇ ਮਨ ਦੇ ਅੰਦਰ ਰੱਬੀ ਸਿਫਤ ਸਲਾਹ ਸਦਾ ਲਈ ਟਿਕ ਜਾਂਦੀ ਹੈ, ਰੱਬੀ ਗੁਣ ਸਦਾ ਵਾਸਤੇ ਟਿਕ ਜਾਂਦੇ ਨੇ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ। ਮਾਰਨ ਦਾ ਮਤਲਬ ਪ੍ਰਭਾਵ ਮੁਕਾਨ ਦਾ ਵਸੀਲਾ, ਮਾਇਆ ਕਾ ਮਾਰਨ, ਮਾਰਨ ਦਾ ਮਤਲਬ ਪ੍ਰਭਾਵ ਮੁਕਾਨ ਦਾ ਵਸੀਲਾ, ਸਾਧਨ। ਮਾਰਨ ਦਾ ਮਤਲਬ ਸਾਧਨ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਨ ਦਾ ਵਸੀਲਾ ਹੈ, ਹੋਰ ਕੋਈ ਵਸੀਲਾ ਨਹੀਂ ਹੈ, ਹੋਰ ਕੋਈ ਸਾਧਨ ਨਹੀਂ ਹੈ ਕਿ ਵਰਤ ਰੱਖਣ ਨਾਲੇ ਮਾਇਆ ਮਰ ਜਾਏ, ਜੋਤ ਕੋਮ ਨਾਰੀਅਲ ਰੱਖਣ ਦੇ ਨਾਲ ਇਹ ਮਾਇਆ ਮਰ ਜਾਏ, ਨਾਰੀਅਲ ਕਿਤੇ ਨਹਿਰ ਵਿੱਚ ਰੋੜ ਆਓ ਤੇ ਮਾਇਆ ਮਰ ਜਾਏ, ਸੋਚ ਬਦਲ ਜਾਏ, ਫੋਟੋਆਂ ਅੱਗੇ ਤੁਸੀਂ ਧੂਫਾਂ ਖਾ ਲਓ ਤੇ ਸਮਾਧੀਆਂ ਲਾ ਲਓ, ਮਾਲਾ ਫੇਰ ਲਓ, ਇਹ ਮਾਇਆ ਮਰ ਜਾਏ ਨਾ। ਗੁਰੂ ਦਾ ਸ਼ਬਦ ਹੈ ਇੱਕੋ ਇੱਕ ਸਾਧਨ। ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਇਹੀ ਇੱਕ ਸਾਧਨ ਹੈ। ਗੁਰਮੁਖ ਪਾਇਆ ਜਾਏ ਤੇ ਇਹ ਜਿਹੜਾ ਗਿਆਨ ਹੈ ਗੁਰੂ ਦੀ ਜਰੀਏ ਮਿਲਦਾ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਦੇ ਨਾਲ ਮਿਲਦਾ ਹੈ। ਪੌੜੀ, ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ, ਤੁਰੋਂ ਹੁਕਮ ਬੁੱਝ ਨਿਸ਼ਾਨ। ਵਡਿਆਈ ਦਾ ਮਤਲਬ ਬਜ਼ੁਰਗੀ, ਇੱਜ਼ਤ। ਸਤਿਗੁਰ ਦਾ ਮਤਲਬ ਸਤਿਗੁਰੂ ਨੇ, ਸਤਿਗੁਰ ਦਾ ਮਤਲਬ ਸਤਿਗੁਰੂ ਨੇ। ਦੇਖੋ ਇੱਥੇ ਦੋ ਸ਼ਬਦ ਨੇ ਨਾ, ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ। ਹੁਣ ਜੋ ਪਹਿਲਾ ਸਤਿਗੁਰ ਸ਼ਬਦ ਹੈ ਉਹਦੇ ਰਾਰੇ ਥੱਲੇ ਔਂਕੜ ਨਹੀਂ ਹੈ, ਰਾਰਾ ਮੁਕਤਾ ਹੈ। ਸਤਿਗੁਰ ਦਿੱਤੀ, ਇੱਥੇ ਰਾਰੇ ਦੇ ਨਾਲ ਸਿਹਾਰੀ ਹੈ, ਸਤਿਗੁਰ ਦੇ ਰਾਰੇ ਨਾਲ ਸਿਹਾਰੀ ਹੈ। ਤਾਂ ਜੋ ਸਤਿਗੁਰ ਪਹਿਲਾ ਸ਼ਬਦ ਹੈ ਨਾ, ਸਤਿਗੁਰ, ਉਹਦਾ ਔਂਕੜ ਤਾਂ ਹਟਾਇਆ ਗਿਆ ਹੈ ਕਿਉਂਕਿ ਕੀ ਸ਼ਬਦ ਸੰਬੰਧ ਕੀ ਆ ਗਿਆ ਹੈ, ਸਤਿਗੁਰ ਕੀ ਵਡਿਆਈ। ਇਹ ਕੀ ਸ਼ਬਦ ਸੰਬੰਧ ਕੀ ਆਉਣ ਕਰਕੇ ਸਤਿਗੁਰ ਦਾ ਰਾਰਾ ਹਟਾ ਦਿੱਤਾ ਗਿਆ ਹੈ।
ਸਤਿਗੁਰ ਦਿੱਤੀ, ਇੱਥੇ ਸਤਿਗੁਰ ਦੇ ਰਾਰੇ ਨਾਲ ਆਈ ਸਿਹਾਰੀ ਜਿਹੜੀ ਹੈ, ਇਹਦੇ ਨਾਲ ਮੀਨਿੰਗ ਬਦਲ ਗਿਆ ਹੈ। ਸਤਿਗੁਰ ਨੇ ਅਧਿਕਰਨ ਕਾਰਕ, ਸਤਿਗੁਰ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਇੱਜ਼ਤ ਗੁਰੂ ਜੀ ਦੀ ਹੋਈ ਹੈ, ਗੁਰੂ ਅਮਰਦਾਸ ਜੀ ਦੀ, ਉਹ ਗੁਰੂ ਅੰਗਦ ਸਾਹਿਬ ਜੀ ਨੇ ਪ੍ਰਭੂ ਦੀ ਹਜ਼ੂਰੀ ਤੋਂ ਮਿਲਿਆ ਹੁਕਮ ਸਮਝ ਕੇ, ਪਰਵਾਨਾ ਸਮਝ ਕੇ ਉਹਨਾਂ ਨੂੰ ਦਿੱਤੀ ਹੈ। ਯਾਨੀ ਗੁਰੂ ਜੋ ਅਮਰਦਾਸ ਜੀ ਨੇ ਉਹ ਰੱਬੀ ਰਜ਼ਾ ਦੇ ਵਿੱਚ ਤੁਰੇ ਨੇ, ਰੱਬੀ ਰਜ਼ਾ ਵਿੱਚ ਚੱਲ ਕੇ ਰੱਬ ਦੇ ਅੰਦਰ ਸਮਾਏ ਨੇ, ਉਸ ਵਡਿਆਈ ਦੇ ਹੱਕਦਾਰ ਨੇ। ਉਹਨਾਂ ਨੂੰ ਉਹ ਵਡਿਆਈ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਕਿਉਂਕਿ ਧੁਰ ਦਾ ਫਰਮਾਨ ਹੀ ਇਹ ਹੈ। ਧੁਰ ਦਾ ਫਰਮਾਨ ਦਾ ਮਤਲਬ ਕਿ ਰੱਬੀ ਹੁਕਮ ਹੈ, ਨਿਯਮ ਹੈ ਕਿ ਜੋ ਉਸ ਨਿਯਮਾਵਲੀ ਨੂੰ ਪੂਰਾ ਕਰੇਗਾ, ਜੋ ਕਸਵੱਟੀ ਤੇ ਪੂਰਾ ਉਤਰੇਗਾ, ਉਹੀ ਇਹ ਦਾਤ ਦਾ ਹਾਸਲ ਜਿਹੜਾ ਹੈ ਜ਼ਿੰਮੇਵਾਰ ਹੋ ਸਕੇਗਾ, ਮਾਲਕ ਹੋ ਸਕੇਗਾ। ਉੱਤੀ ਪਾਤੀ ਜਾਵਾਈ ਸੱਕੀ, ਇਹਨਾਂ ਸਾਰਿਆਂ ਤੇ ਬਿੰਦੀ ਲਾਣੀ ਹੈ। ਪੁੱਤੀ, ਔਰ ਇਹਨਾਂ ਨੂੰ ਅਲੱਗ-ਅਲੱਗ ਪੜਨਾ ਹੈ। ਪੁੱਤੀ, ਪਾਤੀ, ਜਾਵਾਈ, ਸੱਕੀ। ਅੱਗੋਂ ਪਿੱਛੋਂ ਟੋਲ ਡਿੱਠਾ, ਲਾਹਿਉਨ ਸਭਨਾ ਕਾ ਅਭਿਮਾਨ। ਪੁੱਤੀ ਦਾ ਮਤਲਬ ਪੁੱਤਰਾਂ ਨੇ, ਪਾਤੀ ਦਾ ਮਤਲਬ ਭਤੀਜਿਆਂ ਨੇ, ਸੱਕੀ ਦਾ ਮਤਲਬ ਸਕਿਆਂ ਨੇ, ਸਾਗ ਸੰਬੰਧੀਆਂ ਨੇ। ਅੱਗੋਂ ਪਿੱਛੋਂ ਦਾ ਮਤਲਬ ਚੰਗੀ ਤਰ੍ਹਾਂ, ਟੋਲ ਦਾ ਮਤਲਬ ਖੋਜ ਕੇ, ਲਾਹਿਉਨ ਦਾ ਮਤਲਬ ਲਾ ਦਿੱਤਾ ਹੈ ਉਸਨੇ। ਪੁੱਤਰਾਂ ਨੇ, ਭਤੀਜਿਆਂ ਨੇ, ਜਵਾਈਆਂ ਨੇ, ਹੋਰ ਸੱਕੇ ਸਾਗ ਸੰਬੰਧੀਆਂ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ ਕਿ ਗੁਰੂ ਜੀ ਨੇ ਸਾਰਿਆਂ ਦਾ ਮਾਣ ਦੂਰ ਕੀਤਾ ਹੈ, ਹਉਮੈ ਦੂਰ ਕੀਤੀ ਹੈ। ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਿਗੁਰੂ, ਹਰ ਬਖਸ਼ਿਓਸ ਸਭ ਜਹਾਨ। ਬਖਸ਼ਿਓਸ, ਉਹ ਨੂੰ ਥੋੜਾ ਲੰਬਾ ਕਰਨਾ ਹੈ। ਕੋ ਦਾ ਮਤਲਬ ਕੋਈ, ਬਖਸ਼ਿਓਸ ਦਾ ਮਤਲਬ ਉਸਨੇ ਬਖਸ਼ਿਆ ਹੈ। ਪ੍ਰਭੂ ਨੇ ਗੁਰੂ ਦੀ ਰਾਹੀਂ ਸਾਰੇ ਸੰਸਾਰ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕੀਤੀ ਹੈ, ਗਿਆਨ ਦੀ ਦਾਤ ਬਖਸ਼ੀ ਹੈ, ਜੋ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹੈ। ਜਿੱਥੇ ਵੀ ਕੋਈ ਵੇਖਦਾ ਹੈ, ਉੱਥੇ ਮੇਰਾ ਪਿਆਰਾ ਗੁਰੂ ਹੀ ਗਿਆਨ ਦੀ ਦਾਤ ਦੇਣ ਵਾਲਾ ਹੈ, ਗੁਰੂ ਹੀ ਗੁਣਾਂ ਦੀ ਦਾਤ ਦੇਣ ਵਾਲਾ ਹੈ। ਜਿੱਥੇ ਵੀ ਕੋਈ ਵੇਖਦਾ, ਮੀਨਸ ਕਿ ਜੋ ਗੁਰੂ ਹੈ, ਗੁਰੂ ਪਾਸੋਂ ਹੀ ਸਾਨੂੰ ਗਿਆਨ ਦੀ ਦਾਤ ਮਿਲਦੀ ਹੈ, ਔਰ ਸਾਨੂੰ ਐਸਾ ਜੀਵਨ ਦਾ ਰਾਸਤਾ ਮਿਲਦਾ ਹੈ ਜਿਸ ਤਰ੍ਹਾਂ ਹੀ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਪ੍ਰਭੂ ਦੇ ਅੰਦਰ ਸਮਾ ਜਾਂਦੇ ਹਾਂ। ਜੇ ਸਤਿਗੁਰ ਨੂੰ ਮਿਲ ਮੰਨੇ, ਸੋ ਹਲਤ ਪਲਤ ਸਿੱਝੈ, ਜੇ ਵੇਮੁਖ ਹੋਵੇ ਸੋ ਫਿਰੈ ਪਰਿਸ਼ਟ ਥਾਨ। ਵਿਸ਼ਰਾਮ ਦੁਬਾਰਾ ਫਿਰ ਸੁਣ ਲਓ। ਜੇ ਸਤਿਗੁਰ ਨੂੰ ਮਿਲ ਮੰਨੇ, ਸੋ ਹਲਤ ਪਲਤ ਸਿੱਝੈ, ਜੇ ਵੇਮੁਖ ਹੋਵੇ ਸੋ ਫਿਰੈ ਪਰਿਸ਼ਟ ਥਾਨ। ਜੇ ਦਾ ਮਤਲਬ ਜਿਹੜਾ ਮਨੁੱਖ, ਮਿਲ ਦਾ ਮਤਲਬ ਮਿਲ ਕੇ, ਮੰਨੇ ਦਾ ਮਤਲਬ ਪਤੀਜਦਾ ਹੈ, ਵਿਸ਼ਵਾਸ ਲਿਆਉਂਦਾ ਹੈ। ਹਲਤ ਪਲਤ ਦਾ ਮਤਲਬ ਇੱਥੇ ਉੱਥੇ, ਹਰ ਥਾਂ ਦੇ ਉੱਤੇ। ਵੇਮੁਖ ਦਾ ਮਤਲਬ ਜੋ ਆਪ ਖੁਦਰਾ ਹੈ, ਪਰ ਮਤਲਬ ਜਿਹੜਾ ਆਪ ਖੁਦਰਾ ਹੈ। ਫਿਰੇ ਦਾ ਮਤਲਬ ਭਟਕਦਾ ਹੈ। ਥਾਨ ਦਾ ਮਤਲਬ ਜਗ੍ਹਾ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ, ਵਿਸ਼ਵਾਸ ਲਿਆਉਂਦਾ ਹੈ, ਉਹ ਬੰਦਾ ਹਰ ਥਾਂ ਤੇ ਹਰ ਸਮੇਂ ਕਾਮਯਾਬ ਹੁੰਦਾ ਹੈ। ਪਰ ਜਿਹੜਾ ਮਨੁੱਖ ਗੁਰੂ ਵੱਲੋਂ ਮੂੰਹ ਮੋੜਦਾ ਹੈ, ਉਹ ਭਟਕਦਾ ਫਿਰਦਾ ਹੈ, ਤੇ ਉਹਦਾ ਜਿਹੜਾ ਹਿਰਦਾ ਹੈ ਨਾ, ਉਹ ਵਿਕਾਰਾਂ ਦੇ ਨਾਲ ਗੰਦਾ ਹੋਇਆ ਰਹਿੰਦਾ। ਸੋ ਫਿਰੈ ਪਰਿਸ਼ਟ ਥਾਨ। ਫਿਰੈ ਦਾ ਮਤਲਬ ਭਟਕਦਾ ਹੈ, ਪਰਿਸ਼ਟ ਥਾਨ, ਥਾਨ ਦਾ ਮਤਲਬ ਹਿਰਦਾ, ਉਹਦੀ ਸੋਚ, ਜੋ ਉਹਦੀ ਸੋਚ ਹੈ ਉਹ ਗੰਦੀ ਰਹਿੰਦੀ ਹੈ। ਕਿਦੀ? ਜੋ ਵੇਮੁਖ ਹੈ, ਜੋ ਆਪ ਖੁਦਰਾ ਹੈ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਨਹੀਂ ਚੱਲ ਰਿਹਾ। ਜਨ ਨਾਨਕ ਕੈ ਵੱਲ ਹੁਆ ਮੇਰਾ ਸੁਆਮੀ, ਹਰ ਸੱਜਣ ਪੁਰਖ ਸੁਜਾਨ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਸਭ ਦੇ ਦਿਲ ਦੀ ਜਾਣਨ ਵਾਲਾ ਮਿੱਤਰ, ਸਭ ਵਿੱਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਸਿਰ ਤੇ ਹਮੇਸ਼ਾ ਰਹਿੰਦਾ ਹੈ। ਭਾਵ ਕਿ ਜੋ ਪ੍ਰਭੂ ਦਾ ਸੇਵਕ ਹੈ, ਉਹ ਰੱਬੀ ਸ਼ਰਨ ਦੇ ਅੰਦਰ ਰਹਿੰਦਾ ਹੈ। ਜਿਹੜਾ ਸਾਰਿਆਂ ਦਾ ਮਾਲਕ ਹੈ, ਜੋ ਰਮਿਆ ਹੋਇਆ ਹੈ, ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਉਹ ਆਪਣੇ ਸੇਵਕ ਦੇ ਸਿਰ ਤੇ ਹਮੇਸ਼ਾ ਹੈ, ਸੇਵਕ ਦੇ ਹਿਰਦੇ ਦੇ ਅੰਦਰ ਹਮੇਸ਼ਾ ਹੈ। ਉਹ ਸੇਵਕ ਦੀ ਵਿਕਾਰਾਂ ਤੋਂ ਹਮੇਸ਼ਾ ਰਾਖੀ ਕਰਦਾ ਹੈ। ਪੌਂਦੀ ਪਿੱਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ,
ਲਾਹਿਓਨ ਸਭਨਾ ਕਿਹੋ ਮਨਹੁ ਗੁਮਾਨ। ਵਿਸ਼ਰਾਮ ਫਿਰ ਸੁਣ ਲੋ। ਪੌਂਦੀ ਪਿੱਤ ਦੇਖ ਕੇ ਸਭ ਆਏ ਪੈ ਸਤਿਗੁਰ ਕੀ ਪੈਰੀ, ਲਾਹਿਓਨ ਸਭਨਾ ਕਿਹੋ ਮਨਹੁ ਗੁਮਾਨ। ਪਿੱਤ ਦਾ ਮਤਲਬ ਚੋਗ, ਖੁਰਾਕ, ਆਤਮਕ ਭੋਜਨ। ਸਭ ਆਏ ਪੈ ਦਾ ਮਤਲਬ ਸਾਰੇ ਆ ਗਏ। ਲਾਹਿਓਨ ਦਾ ਮਤਲਬ ਉਹਨੇ ਲਾ ਦਿੱਤਾ। ਕਿਹੋ ਮਨੋਂ ਦਾ ਮਤਲਬ ਦਿਆਂ ਮਨਾਂ ਤੋਂ। हे ਭਾਈ, ਗੁਰੂ ਦੇ ਦਰ ਤੋਂ ਆਤਮਕ ਖੁਰਾਕ ਮਿਲਦੀ ਦੇਖ ਕੇ ਸਾਰੇ ਲੋਕ ਜੋ ਗੁਰੂ ਦੀ ਚਰਨੀ ਆ ਲੱਗੇ, ਗੁਰੂ ਨੇ ਸਭਨਾਂ ਦੇ ਮਨ ਤੋਂ ਅਹੰਕਾਰ ਦੂਰ ਕਰ ਦਿੱਤਾ। ਯਾਨੀ ਗੁਰੂ ਦੇ ਦਰ ਤੋਂ ਆਤਮਕ ਖੁਰਾਕ ਮਿਲਦੀ ਵੇਖ ਕੇ ਜੋ ਲੋਕ ਗੁਰੂ ਦੇ ਚਰਨੀ ਆ ਲੱਗੇ, ਉਹਨਾਂ ਸਾਰਿਆਂ ਦੇ ਮਨਾਂ ਤੋਂ ਗੁਰੂ ਨੇ ਅਹੰਕਾਰ ਹਉਮੈ ਦੂਰ ਕਰ ਦਿੱਤੀ ਔਰ ਉਹਨਾਂ ਸਾਰਿਆਂ ਨੂੰ ਹੀ ਪ੍ਰਭੂ ਦੇ ਅੰਦਰ ਮਿਲਾ ਦਿੱਤਾ। ਤਾਂ ਭਾਵ ਹੈ ਪੰਕਤੀ ਦਾ ਕਿ ਗੁਰੂ ਦੇ ਦਰ ਤੋਂ ਆਤਮਕ ਖੁਰਾਕ ਮਿਲਦੀ ਹੈ, ਆਤਮਕ ਜੀਵਨ ਮਿਲਦਾ ਹੈ। ਜੋ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਭਾਵ ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੈ, ਗੁਰਬਾਣੀ ਤੇ ਅਮਲ ਕਰਦਾ ਹੈ, ਉਸ ਮਨੁੱਖ ਦੀ ਜ਼ਿੰਦਗੀ ਚੋਂ ਪਾਪ, ਵਿਕਾਰ, ਅਹੰਕਾਰ ਆਦਿਕ ਦੂਰ ਹੋ ਜਾਂਦੇ ਨੇ ਔਰ ਉਹ ਪ੍ਰਭੂ ਦੇ ਅੰਦਰ ਸਮਾ ਕੇ ਉਸ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ ਤੇ ਐਸੇ ਮਨੁੱਖਾਂ ਦਾ ਜੋ ਜੀਵਨ ਹੈ ਉਹ ਸਫਲ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਕਰਨ ਅਸੀਂ ਗੁਰੂ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਆਪ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਦੇ ਵਿੱਚੋਂ ਵਿਸ਼ੇ ਵਿਕਾਰਾਂ ਨੂੰ ਖਤਮ ਕਰਕੇ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਚੰਗੀ ਜ਼ਿੰਦਗੀ ਜੀਵੀਏ, ਮਿੱਠੇ ਬੋਲ ਬੋਲੀਏ, ਆਤਮਕ ਜੀਵਨ ਦੇਣ ਵਾਲੇ ਬੋਲ ਬੋਲੀਏ, ਰੋਲ ਮਾਡਲ ਹੋ ਕੇ ਜੀਵੀਏ ਔਰ ਗੁਰੂ ਪਾਤਸ਼ਾਹ ਜੀ ਦੇ ਇਸ ਸਿਧਾਂਤ ਨੂੰ ਸੰਸਾਰ ਦੇ ਆਖਰੀ ਮਨੁੱਖ ਤੱਕ ਪਹੁੰਚਾਉਣ ਦਾ ਯਤਨ ਕਰੀਏ। ਇਹ ਸਾਡਾ ਸਾਰਿਆਂ ਦਾ ਹੱਕ ਵੀ ਹੈ ਔਰ ਸਾਡਾ ਸਾਰਿਆਂ ਦਾ ਫਰਜ਼ ਵੀ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਆਪ ਉਹ ਸਵਾਲ ਕਰ ਸਕਦੇ ਹੋ ਔਰ ਜੇ ਕਿਸੇ ਵੀਰ ਭੈਣ ਨੇ ਕੋਈ ਆਪਣਾ ਵਿਚਾਰ ਦੇਣਾ ਹੈ ਤਾਂ ਉਹ ਅਨਮਿਊਟ ਹੋ ਜਾਓ। ਕਲਾਸ ਦੀ ਜੋ ਅਗਲੀ ਕਾਰਵਾਈ ਹੈ ਉਹ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।